जी का खालसा वाहिगुरू जी की फतेह। मैं परमजीत कौर ग्लोबल मिडास फाउंडेशन साडा खिड़दा पंजाब दी स्पैशल सीरीज जिहदे विच साडे स्कूल दिल्ली सिख गुरुद्वारा प्रबंधक कमेटी दे अंदर स्कूल कॉलेज इंस्टीट्यूट आंदे हैगे ने ਉਹਦੇ ਵਿੱਚ ਆਪ ਜੀ ਦਾ ਸਵਾਗਤ ਕਰਦੇ ਹੈਗੇ ਆ। ਹੁਣ ਅਸੀਂ ਆਏ ਹੈਗੇ ਆ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਧੀਰਪੁਰ ਤੱਕਾ ਧੀਰਪੁਰ ਦੀ ਬ੍ਰਾਂਚ ਵਿੱਚ ਤੇ ਆਓ ਮਿਲਦੇ ਹੈਗੇ ਆ ਪ੍ਰਿੰਸੀਪਲ ਮੈਮ ਨੂੰ ਤੇ ਜਾਣਦੇ ਹੈਗੇ ਆ ਕਿ ਉਹ ਸਕੂਲ ਨੂੰ ਕਿਸ ਤਰੀਕੇ ਨਾਲ ਮੈਨੇਜ ਕਰ ਰਹੇ ਹੈਗੇ ਨੇ ਔਰ ਕਿਸ ਤਰੀਕੇ ਨਾਲ ਸਕੂਲ ਦਾ ਪ੍ਰੋਪਰਲੀ ਦੇਖ ਰਹੇ ਹੈਗੇ ਨੇ। ਸਤਿ ਸ਼੍ਰੀ ਅਕਾਲ ਮੈਮ ਜੀ। ਸਤਿ ਸ਼੍ਰੀ ਅਕਾਲ ਜੀ। ਮੈਮ ਜੀ ਆਪ ਜੀ ਦਾ ਨਾਮ? ਡਾਕਟਰ ਦਲਜੀਤ ਕੌਰ। ਦਲਜੀਤ ਮੈਮ ਆਪ ਜੀ ਦਾ ਬੈਕਗ੍ਰਾਉਂਡ ਕੀ ਹੈਗਾ? बैकग्राउंड मेरा एजुकेशन नहीं है और मैं MA हैगी हाँ पंजाबी एंड डिविनिटी और मैं PhD ਜਿਹੜੀ ਕੀਤੀ ਹੈਗੀ ਉਹ ਸੋਸ਼ਲ ਸਾਇੰਸਿਸ ਦੇ ਵਿੱਚ ਕੀਤੀ ਹੈ ਔਰ ਭਾਈ ਰਣਧੀਰ ਸਿੰਘ ਜੀ ਉੱਤੇ ਕਿ ਉਹਨਾਂ ਦਾ ਸਿੱਖ ਧਰਮ ਅਧਿਐਨ ਦੇ ਵਿੱਚ ਕੀ ਯੋਗਦਾਨ ਹੈ। ਆਪ ਕਿੰਨੇ ਟਾਈਮ ਤੋਂ ਇੱਥੇ ਹੈਗੇ ਹੋ? ਮੈਂ ਇੱਥੇ 2019 ਮਤਲਬ 2019 ਤੋਂ ਹੈ। ਉਸ ਤੋਂ ਪਹਿਲਾਂ ਮੈਂ ਮੇਰੀ ਇਨੀਸ਼ੀਅਲ ਬ੍ਰਾਂਚ ਜਿਹੜੀ ਮੇਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਵਸੰਤ ਵਿਹਾਰ ਸੀ। ਉਸ ਤੋਂ ਬਾਅਦ ਅਲੱਗ-ਅਲੱਗ ਬ੍ਰਾਂਚਿਸ ਦੇ ਵਿੱਚ ਵੀ ਰਹੀ ਹਾਂ ਤੇ ਐਟ ਦੀ ਐਂਡ ਮੈਨੂੰ ਇੱਥੇ ਇਹਨਾਂ ਨੇ HOS ਬਣਾ ਕੇ ਭੇਜਿਆ 2019 ਦੇ ਵਿੱਚ। ਮੈਂ ਸਕੂਲ ਕਦੋਂ ਬਣਿਆ ਹੈਗਾ ਇਹ ਵਾਲਾ? ਇਹ ਸਕੂਲ ਬੇਸਿਕਲੀ ਪਹਿਲਾਂ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਨਾਨਕ ਪਿਆਓ ਦੇ ਨਾਲ ਹੀ ਰਨ ਹੁੰਦਾ ਸੀ ਔਰ ਨਾਨਕ ਪਿਆਓ ਸਕੂਲ ਦਾ ਇਹ ਪ੍ਰਾਇਮਰੀ ਦਾ ਸੈਗਮੈਂਟ ਹੁੰਦਾ ਸੀ ਇੱਥੇ ਔਰ ਉਸ ਤੋਂ ਬਾਅਦ ਸਾਡੀ ਮੈਨੇਜਮੈਂਟ ਨੇ ਪਲਾਨ ਕੀਤਾ ਕਿ ਸਾਨੂੰ ਇਸ ਸਕੂਲ ਦੇ ਨੂੰ ਇੰਡੀਪੈਂਡੈਂਟ ਕਰਨਾ ਚਾਹੀਦਾ, ਇਹਦੀ ਰੈਕੋਗਨੀਸ਼ਨ ਸਾਨੂੰ ਲੈਣੀ ਚਾਹੀਦੀ ਆ ਸੋ ਦੈਟ ਇਹ ਇੰਡੀਪੈਂਡੈਂਟਲੀ ਆਪਣਾ ਪ੍ਰਫੁੱਲਤ ਹੋ ਸਕੇ। तो 2013 ਦੇ ਵਿੱਚ ਇਹ ਸਕੂਲ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਨਾਨਕ ਪਿਆਓ ਤੋਂ ਅਲੱਗ ਹੋਇਆ। ਉਸ ਤੋਂ ਬਾਅਦ ਇਹ ਅਲੱਗ ਸਕੂਲ ਚੱਲਦਾ ਰਿਹਾ ਔਰ 2017 ਦੇ ਵਿੱਚ ਜਾ ਕੇ ਇਸ ਸਕੂਲ ਨੂੰ ਜੋ ਪ੍ਰੋਵੀਜ਼ਨਲੀ ਰੈਕੋਗਨੀਸ਼ਨ ਮਿਲੀ ਔਰ ਉਸ ਤੋਂ ਬਾਅਦ ਹੁਣ ਤੱਕ ਉਸੇ ਤਰ੍ਹਾਂ ਚੱਲ ਰਿਹਾ ਪਰ ਹੁਣ ਅਸੀਂ ਇਹਦੀ 2021 ਦੇ ਵਿੱਚ ਪਰਮਾਨੈਂਟ ਰੈਕੋਗਨੀਸ਼ਨ ਵਾਸਤੇ ਸਾਡੀ ਫਾਈਲ ਜਿਹੜੀ ਉਹ ਸਬਮਿਟ ਹੈਗੀ ਆ ਔਰ ਐਜੂਕੇਸ਼ਨ ਡਿਪਾਰਟਮੈਂਟ ਜਿਹੜਾ ਉਹਦੇ ਤੇ ਕਦੋਂ ਡਿਸੀਜਨ ਲੈਂਦਾ ਇਹ ਉਹਨਾਂ ਤੇ ਡਿਪੈਂਡ ਕਰਦਾ ਹੈ। ਮੈਮ ਸਕੂਲ ਦੇ ਸਥਾਪਕ ਕੌਣ ਨੇ? ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਕਿਉਂਕਿ ਸਾਰੇ ਸਕੂਲ ਉਹਨਾਂ ਦੇ ਅੰਡਰ ਚੱਲ ਰਿਹਾ ਔਰ ਇੱਕ ਬਹੁਤ ਵੱਡੀ ਸੰਸਥਾ ਹੈਗੀ ਆ ਜਿਹੜੇ ਬਹੁਤ ਸਾਰੀ ਚੇਨ ਆਫ ਇੰਸਟੀਟਿਊਸ਼ਨਸ ਨੂੰ ਚਲਾਉਂਦੀ ਆ ਤੇ ਉਹਨਾਂ ਦੀ ਦੇਖ ਰੇਖ ਔਰ ਉਹਨਾਂ ਦੀ ਜਿਹੜੀ ਅੱਗੇ ਪ੍ਰਮੋਸ਼ਨਸ ਜਾਂ ਇਹਨਾਂ ਨੂੰ ਅਪਗ੍ਰੇਡ ਕਰਨਾ ਉਹ ਸਾਰੇ ਮੈਨੇਜਮੈਂਟ ਦੇ ਡਿਸੀਜਨ ਹੁੰਦੇ ਆ। ਮੈਮ ਸਕੂਲ ਦੀ ਨੀਂਹ ਕੀ ਸੋਚ ਕੇ ਰੱਖੀ ਗਈ ਸੀ? ਸਕੂਲ ਦੀ ਨੀਂਹ ਜਿਹੜੀ ਆ ਜਿਹੜੇ ਸਾਡੇ ਕਮਿਊਨਿਟੀ ਹੈ ਉਹਨਾਂ ਨੂੰ ਐਜੂਕੇਸ਼ਨ ਸਰਵ ਕਰਨ ਵਾਸਤੇ ਔਰ ਨਾਲ ਸਾਡੀ ਜਿਹੜੀ ਭਾਸ਼ਾ ਔਰ ਸੰਸਕ੍ਰਿਤੀ ਔਰ ਸਾਡੇ ਜਿਹੜੇ ਸਿੱਖ ਸੰਸਕਾਰ ਹੈਗੇ ਆ ਉਹਨਾਂ ਨੂੰ ਬੱਚਿਆਂ ਦੇ ਵਿੱਚ ਪ੍ਰਮੋਟ ਕੀਤਾ ਜਾਏ ਔਰ ਉਹਨਾਂ ਨੂੰ ਦੇ ਆਪਣੇ ਧਰਮ ਦਾ ਹਵਾਲਾ ਦੇ ਕੇ ਧਰਮ ਦੀਆਂ ਚੰਗੀਆਂ ਚੀਜ਼ਾਂ ਉਹਨਾਂ ਨੂੰ ਸਿਖਾ ਕੇ ਉਹਨਾਂ ਦੇ ਵਿੱਚ ਮੋਰਲ ਵੈਲਿਊਜ਼ ਜਿਹੜੀਆਂ ਉਹ ਭਰੀਆਂ ਜਾਣ ਸੋ ਉਹਨਾਂ ਦੀ ਪਰਸਨੈਲਿਟੀ ਜਿਹੜੀ ਆ ਉਹਨਾਂ ਨੇ ਇੱਕ ਬਹੁਤ ਵਧੀਆ ਤਰੀਕੇ ਦੇ ਨਾਲ ਡਿਵੈਲਪ ਕੀਤਾ ਜਾਏ ਇਸ ਸੋਚ ਦੇ ਨਾਲ ਇਹ ਸਕੂਲ ਜਿਹੜੇ ਆ ਇਹ ਖੋਲ੍ਹੇ ਗਏ ਸੀਗੇ। ਮੈਮ ਸਕੂਲ ਦੇ ਵਿੱਚ ਆਪਣਾ ਟੀਚਰ ਔਰ ਨਾਨ ਟੀਚਰ ਸਟਾਫ ਕਿੰਨਾ ਹੈ, ਉਹਨਾਂ ਦਾ ਕੀ ਰਿਕੁਆਇਰਮੈਂਟ, ਉਹਨਾਂ ਦਾ ਕੀ ਕੈਟੇਗਰੀ ਹੈ? ਸਕੂਲ ਦੇ ਵਿੱਚ ਟੀਚਿੰਗ ਡਿਪਾਰਟਮੈਂਟ ਜਿਹੜਾ ਉਹ ਸਾਡਾ ਹੁਣ ਤੇ ਬਹੁਤ ਘੱਟ ਹੈਗਾ ਕਿਉਂਕਿ ਕੋਵਿਡ ਤੋਂ ਬਾਅਦ ਜਿਹੜਾ ਸਾਰਿਆਂ ਨੂੰ ਹੀ ਸੈਟਬੈਕ ਹੋਇਆ ਉਹਦੇ ਨਾਲ ਨੰਬਰ ਆਫ ਸਟੂਡੈਂਟਸ ਜਿਹੜੀ ਸਟਰੈਂਥ ਜਿਹੜੀ ਆ ਉਹ ਘੱਟ ਗਈ ਜਿਹਦੇ ਕਰਕੇ ਸਾਨੂੰ ਸਟਾਫ ਵੀ ਬਹੁਤ ਘੱਟ ਕਰਨਾ ਪਿਆ। ਜਦ ਮੈਂ ਇੱਥੇ 2019 'ਚ ਜੁਆਇਨ ਕੀਤਾ ਸੀ ਤਾਂ ਇੱਥੇ ਸਟਾਫ ਜਿਹੜਾ ਸੀਗਾ ਉਹ ਟੀਚਿੰਗ ਸਟਾਫ ਹੀ 19 ਦੇ ਕਰੀਬ ਸੀਗਾ ਔਰ ਨਾਨ ਟੀਚਿੰਗ ਸਟਾਫ ਜਿਹੜਾ ਉਹ 15 ਤੋਂ 20 ਸਟਾਫ ਮੈਂਬਰ ਸੀਗੇ। ਉਸ ਤੋਂ ਬਾਅਦ ਜਦੋਂ ਮੈਂ ਜੁਆਇਨ ਕੀਤਾ ਤੇ ਮੈਂ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਨਾਲ ਗੱਲ ਕਰਕੇ ਔਰ ਉਹਨਾਂ ਨੂੰ ਅੱਗੇ ਇਸ ਸਕੂਲ ਨੂੰ ਅਪਗ੍ਰੇਡ ਕਰਨ ਦੇ ਲਈ ਰਿਕੁਐਸਟ ਕੀਤੀ ਔਰ ਉਹਨਾਂ ਨੇ ਮੇਰੀ ਜੋ ਮੈਂ ਉਹਨਾਂ ਨੂੰ ਪ੍ਰਪੋਜ਼ਲ ਦਿੱਤੀ ਉਹਨਾਂ ਨੇ ਉਸ ਪ੍ਰਪੋਜ਼ਲ ਨੂੰ ਐਕਸੈਪਟ ਕੀਤਾ ਕਿ ਹਾਂ ਮੈਡਮ ਜੋ ਕਹਿ ਰਹੇ ਆ ਕਿ ਸਾਨੂੰ ਅਗਰ ਬੱਚੇ ਵਧਾਣੇ ਨੇ ਸਕੂਲ ਚਲਾਣੇ ਨੇ ਤੇ ਸਾਨੂੰ ਅੱਗੇ ਹੋਰ ਕਲਾਸ
ਕਲਾਸਾਂ ਜਿਹੜੀਆਂ ਵਧਾਉਣੀਆਂ ਚਾਹੀਦੀਆਂ। ਦੈਨ ਅਸੀਂ 9th ਕਲਾਸ ਜਿਹੜੀ ਸਾਡੀ ਹਮੇਸ਼ਾ ਇੱਥੋਂ 8ਵੀਂ ਤੱਕ ਸਕੂਲ ਹੈਗਾ, 8ਵੀਂ ਤੋਂ ਬਾਅਦ 9th ਕਲਾਸ ਜਿਹੜੀ ਉਹ ਦੂਸਰੇ ਸਕੂਲਾਂ ਦੇ ਵਿੱਚ ਬੱਚੇ ਚਲੇ ਜਾਂਦੇ ਨੇ, ਤੇ ਮੈਂ ਉਹਨਾਂ ਨੂੰ ਕਿਹਾ ਕਿ ਅਸੀਂ 9th ਕਲਾਸ ਹੈ ਅਸੀਂ ਇੱਥੇ ਕਰਾਵਾਂਗੇ। ਦੈਨ ਉਸ ਤੋਂ ਬਾਅਦ ਅਸੀਂ ਅਪਗ੍ਰੇਡੇਸ਼ਨਸ ਵਾਸਤੇ ਐਪਲੀਕੇਸ਼ਨ ਪਾਵਾਂਗੇ, ਜਾਂ ਉਨੀ ਦੇਰ ਸਾਡੇ ਜਿਹੜੇ ਬੱਚੇ ਨੇ 9th ਤੋਂ ਬਾਅਦ ਉਹ ਜੋ ਆ ਨਾਨਕ ਪਿਆਓ ਸਕੂਲ ਦੇ ਵਿੱਚ ਹੀ ਪੜ੍ਹਨਗੇ। ਔਰ ਉਹ ਸਾਡਾ ਬਹੁਤ ਅੱਛਾ ਚੱਲਿਆ, ਔਰ ਬੱਚੇ ਵੀ ਔਰ ਪੇਰੈਂਟਸ ਵੀ ਸਾਰੇ ਬਹੁਤ ਖੁਸ਼ ਸੀਗੇ। ਬਟ ਅਨਫੋਰਚੂਨੇਟਲੀ ਮਾਰਚ 2020 ਦੇ ਵਿੱਚ ਕੋਵਿਡ ਆ ਗਿਆ, ਔਰ ਕੋਵਿਡ ਤੋਂ ਬਾਅਦ ਲੋਕਡਾਊਨ ਦੇ ਹੋਣ ਦੇ ਕਰਕੇ ਉਸ ਤੋਂ ਬਾਅਦ ਇੰਨੇ ਸੈਟਬੈਕ ਹੋਏ ਕਿ ਬਹੁਤ ਸਾਰੇ ਪੇਰੈਂਟਸ ਜਿਹੜੇ ਆ ਇੱਥੋਂ ਚਲੇ ਗਏ ਔਰ ਆਪਣੀ ਸਟੇਟਸ ਦੇ ਵਿੱਚ ਚਲੇ ਗਏ, ਉਹਦੇ ਨਾਲ ਬੱਚੇ ਵੀ ਘਟ ਗਏ। ਉਸ ਤੋਂ ਬਾਅਦ ਉਹ ਸਾਡਾ ਜਿਹੜਾ ਡਿਸੀਜਨ ਸੀਗਾ ਅੱਗੇ 9th ਵਧਾਉਣ ਵਾਲਾ, ਉਹਨੂੰ ਸਾਨੂੰ ਵਾਪਸ ਕਰਨਾ ਪਿਆ, ਕਿਉਂਕਿ ਫਿਰ ਸਾਡੇ ਕੋਲ ਇੰਨੇ ਐਸੈਟਸ ਨਹੀਂ ਸੀਗੇ ਕਿ ਅਸੀਂ ਸਕੂਲ ਦੇ ਬਹੁਤ ਸਾਰੇ ਖਰਚੇ ਕਰ ਸਕਦੇ। ਸਾਨੂੰ ਲੈਬ ਵਗੈਰਾ ਜਿਹੜੀਆਂ ਉਹ ਸੈੱਟ ਕਰਨੀਆਂ ਪੈਣੀਆਂ ਸੀ। ਬਟ ਕੋਵਿਡ ਦੇ ਕਰਕੇ ਪੇਰੈਂਟਸ ਜਿਹੜੀ ਪ੍ਰੋਪਰ ਫੀਸ ਪੇ ਨਹੀਂ ਕਰ ਪਾਏ, ਉਹਨਾਂ ਦੇ ਵੀ ਹਾਲਾਤ ਉਹੋ ਜਿਹੇ ਸੀ। ਉਸ ਤੋਂ ਬਾਅਦ ਸਟਾਫ ਦੀ ਸੈਲਰੀ ਦਾ ਇਸ਼ੂ ਆ ਗਿਆ, ਸਟਾਫ ਨੂੰ ਸੈਲਰੀ ਜਿਹੜੀਆਂ ਬਹੁਤ ਲੇਟ ਮਿਲ ਰਹੀਆਂ ਸੀ, ਫਿਰ ਕੁਝ ਟਾਈਮ ਤੇ 60% ਮਿਲੀਆਂ। ਪਰ ਉਹ ਜਿਹੜੀਆਂ ਪਰੇਸ਼ਾਨੀਆਂ ਸੀ ਉਹ ਸਾਰਿਆਂ ਵਾਸਤੇ ਸੀ। ਉਹਦੇ ਨਾਲ ਪੇਰੈਂਟਸ ਹੀ ਇਫੈਕਟ ਹੋਏ ਨੇ, ਬੱਚੇ ਵੀ ਇਫੈਕਟ ਹੋਏ ਨੇ, ਉਹਦੇ ਨਾਲ ਸਾਡੇ ਸਕੂਲਾਂ ਤੇ ਵੀ ਬਹੁਤ ਵੱਡਾ ਪ੍ਰਭਾਵ ਪਿਆ। ਔਰ ਕੀ ਹੋਇਆ ਕਿ ਬਹੁਤ ਸਾਰੇ ਜਿਹੜੇ ਇਸ ਏਰੀਏ ਦੇ ਵਿੱਚ ਸਾਡੇ ਕੋਲ ਬੱਚੇ ਆਉਂਦੇ ਨੇ, ਉਹ ਮਤਲਬ ਲੋਅਰ ਮਿਡਲ ਕਲਾਸ ਦੇ ਬੱਚੇ ਆਉਂਦੇ ਨੇ, ਕਿਉਂਕਿ ਸਾਡੇ 12 ਸਕੂਲ ਨੇ, ਤੇ ਜਿਹੜਾ ਇਹ ਸਕੂਲ ਹੈ ਇਹਦੀ ਫੀਸ ਬਾਕੀ ਦੇ ਸਾਰੇ ਸਕੂਲਾਂ ਨਾਲੋਂ ਸਭ ਤੋਂ ਘੱਟ ਹੈਗੀ ਆ। ਉਹ ਇਸੇ ਕਰਕੇ ਇਸ ਸਕੂਲ ਨੂੰ ਲੱਗ ਕੀਤਾ ਗਿਆ ਸੀ ਕਿ ਇੱਥੇ ਅਸੀਂ ਮਿਨੀਮਮ ਜਿਹੜੀ ਆ ਫੀਸ ਰੱਖਾਂਗੇ। ਸੋ ਜਿਹੜਾ ਕੈਚਮੈਂਟ ਏਰੀਆ ਹੈਗਾ ਲੋਅਰ ਮਿਡਲ ਕਲਾਸ ਹੈਗਾ, ਉਸ ਏਰੀਏ ਦੇ ਬੱਚਿਆਂ ਨੂੰ ਵੀ ਅਸੀਂ ਜਿਹੜੀ ਆ ਪ੍ਰੋਪਰ ਐਜੂਕੇਸ਼ਨ, ਅੱਛੇ ਲੈਵਲ ਦੀ ਐਜੂਕੇਸ਼ਨ ਦੇ ਸਕੀਏ। ਬਟ ਉਹਦੇ ਨਾਲ ਇਹ ਜਦੋਂ ਹੁਣ ਕੋਵਿਡ ਆਇਆ ਤੇ ਸਟਰੈਂਥ ਘਟ ਗਈ, ਕਿਉਂਕਿ ਬਹੁਤ ਸਾਰੇ ਬੱਚੇ ਜਿਹੜੇ ਆ ਉਹ ਗਵਰਨਮੈਂਟ ਸਕੂਲਸ ਦੇ ਵਿੱਚ ਚਲੇ ਗਏ। ਪੇਰੈਂਟਸ ਖਰਚੇ ਬੇਅਰ ਨਹੀਂ ਕਰ ਪਾਉਂਦੇ ਸੀ, ਜਿਹਦੇ ਨਾਲ ਸਟਰੈਂਥ ਜਿਹੜੀ ਆ ਉਹ ਡੇ ਬਾਏ ਡੇ ਉਹਦੀ ਮਤਲਬ ਡੇਟੋਰੇਸ਼ਨ ਹੁੰਦੀ ਗਈ ਤੇ ਉਹ ਘਟ ਗਈ ਸਾਡੀ। ਹੁਣ ਵੀ ਸਾਡੇ ਕੋਲ ਸਟਰੈਂਥ ਘੱਟ ਹੋਣ ਕਰਕੇ ਖਰਚੇ ਪੂਰੇ ਨਹੀਂ ਹੁੰਦੇ, ਪਰ ਫਿਰ ਵੀ ਸਾਡੀ ਮੈਨੇਜਮੈਂਟ ਜਿਹੜੀ ਆ ਉਹ ਪੂਰਾ ਸਪੋਰਟ ਕਰਦੀ ਆ, ਔਰ ਪੂਰਾ ਸਾਨੂੰ ਫਾਈਨੈਂਸ਼ੀਅਲ ਸਪੋਰਟ ਵੀ ਕਰਦੀ ਆ, ਵੈਸੇ ਵੀ ਕਰਦੀ ਆ। ਤੇ ਅਸੀਂ ਉਹਨਾਂ ਦੀ ਕੋਆਪਰੇਸ਼ਨ ਦੇ ਨਾਲ ਹੀ ਇਹਨਾਂ ਸਕੂਲਾਂ ਨੂੰ ਅੱਗੇ ਜਿੰਨਾ ਵੱਧ ਤੋਂ ਵੱਧ ਅਸੀਂ ਸੇਵਾ ਕਰ ਸਕੀਏ ਆਪਣੀ ਕਮਿਊਨਿਟੀ ਦੀ ਔਰ ਬੱਚਿਆਂ ਦੀ, ਉਹ ਕਰ ਰਹੇ ਹਾਂ। ਮੈਮ, ਸਕੂਲ ਦੇ ਵਿੱਚ ਬੱਚਿਆਂ ਨੂੰ ਕੀ ਫੈਸਿਲਿਟੀਆਂ ਦਿੱਤੀਆਂ ਜਾਂਦੀਆਂ ਹੈਗੀਆਂ ਨੇ? ਸਕੂਲ ਦੇ ਵਿੱਚ ਬੱਚਿਆਂ ਨੂੰ ਜੋ ਮੈਂਡੇਟਰੀ ਫੈਸਿਲਿਟੀਜ਼ ਹੁੰਦੀਆਂ ਉਹ ਤਾਂ ਅਸੀਂ ਦਿੰਦੇ ਹੀ ਹਾਂ, ਜਿਹਦੇ ਵਿੱਚ ਕੰਪਿਊਟਰ ਲੈਬ ਹੋ ਗਈ ਔਰ ਲਾਇਬ੍ਰੇਰੀ ਹੋ ਗਈ, ਮਿਊਜ਼ਿਕ ਰੂਮ ਹੋ ਗਿਆ, ਜਾਂ ਫਿਰ ਮੈਡੀਕਲ ਏਡ ਹੋ ਗਈ। ਤੇ ਗੇਮਸ ਦੀਆਂ ਜਿਹੜੀਆਂ ਸਾਡੇ ਇੱਥੇ ਥੋੜ੍ਹਾ ਜਿਹਾ ਸਾਨੂੰ ਸੈਟਬੈਕ ਹੈ, ਕਿਉਂਕਿ ਇਸ ਸਕੂਲ ਦੇ ਵਿੱਚ ਸਾਡੇ ਕੋਲ ਪ੍ਰੋਪਰ ਗਰਾਊਂਡ ਨਹੀਂ ਹੈਗੀ, ਕਿਉਂਕਿ ਏਰੀਆ ਇਹੋ ਜਿਹਾ ਹੈ ਕਿ ਸਾਨੂੰ ਇਹਦੇ ਆਸ-ਪਾਸ ਕੋਈ ਖੁੱਲੀ ਜਗ੍ਹਾ ਮਿਲ ਨਹੀਂ ਸਕੀ। ਬਟ ਫਿਰ ਵੀ ਸਾਡੇ ਨਾਲ ਗੁਰਦੁਆਰਾ ਜਿਹੜਾ ਉਹ ਸਾਡੀ ਦੀਵਾਰ ਦੇ ਨਾਲ ਲੱਗਦਾ, ਸਾਡੇ ਕੋਲ ਗੁਰਦੁਆਰੇ ਵਿੱਚ ਕਾਫੀ ਜਗ੍ਹਾ ਹੈਗੀ ਆ ਓਪਨ ਸਪੇਸ, ਜਿੱਥੇ ਸਾਡੇ ਬੱਚੇ ਜਿਹੜੇ ਉਸ ਸਪੇਸ ਨੂੰ ਰੈਗੂਲਰ ਯੂਜ਼ ਕਰਦੇ ਆ, ਕਿਉਂਕਿ ਉਹ ਗੁਰਦੁਆਰਾ ਵੀ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਦੇ ਅੰਡਰ ਹੀ ਹੈ। ਤੇ ਇਸ ਕਰਕੇ ਸਾਨੂੰ ਪੂਰੀ ਉਸ ਗੁਰਦੁਆਰਾ ਸਾਹਿਬ ਤੋਂ ਵੀ ਸਪੋਰਟ ਮਿਲਦੀ ਆ। ਅਸੀਂ ਉੱਥੇ ਬੱਚਿਆਂ ਨੂੰ ਬੈਡਮਿੰਟਨ ਔਰ ਵਾਲੀਬਾਲ ਔਰ ਬਾਸਕਟਬਾਲ, ਇਹ ਚੀਜ਼ਾਂ ਜਿਹੜੀਆਂ ਗੇਮਸ ਅਸੀਂ ਬੱਚਿਆਂ ਨੂੰ ਕਰਾਉਂਦੇ ਹਾਂ। ਖੋ ਵਗੈਰਾ ਅਸੀਂ ਸਾਡੇ ਬੱਚੇ ਜੋਨਲ ਤੱਕ ਵੀ ਖੇਡਦੇ ਰਹੇ ਨੇ। ਫਿਰ ਜਿਹੜੀਆਂ ਸਾਡੀਆਂ ਖਾਲਸਾ ਮੀਟਸ ਹੁੰਦੀਆਂ ਉਹਦੇ ਵਿੱਚ ਵੀ ਬੱਚੇ ਸਾਡੇ ਪਾਰਟਿਸਿਪੇਟ ਕਰਦੇ ਰਹੇ ਨੇ। ਇਹ ਫੈਸਿਲਿਟੀ ਸਾਡੀਆਂ ਜਿਹੜੀਆਂ ਅਸੀਂ ਬੱਚਿਆਂ ਨੂੰ ਪ੍ਰੋਵਾਈਡ ਕਰਦੇ ਹਾਂ। ਮੈਮ, 2 ਈਅਰ ਆਫਟਰ 2 ਈਅਰ ਬਿਫੋਰ ਕੋਵਿਡ ਰਿਜ਼ਲਟ, ਬੱਚਿਆਂ ਦਾ ਕੀ ਸਟਰਗਲ ਰਿਹਾ? ਐਕਚੁਅਲੀ ਕੀ ਸੀਗਾ ਕਿ ਕੋਵਿਡ ਦੇ ਦੌਰਾਨ ਬਹੁਤ ਸਾਰੇ ਸਾਡੇ ਕੋਲ ਜਿਹੜੇ ਬੱਚੇ ਸੀ, ਪੇਰੈਂਟਸ ਸੀਗੇ, ਉਹ ਇਸ ਟਾਈਪ ਦੇ ਵੀ ਸੀਗੇ ਜਿਨ੍ਹਾਂ ਕੋਲ ਪ੍ਰੋਪਰ ਟੈਕਨੋਲੋਜੀ ਨਹੀਂ ਸੀ। ਜਾਂ ਤੇ ਪੇਰੈਂਟਸ ਦੇ ਕੋਲ ਘਰ ਦੇ ਵਿੱਚ ਇੱਕੋ ਹੀ ਫੋਨ ਸੀਗਾ, ਜਾਂ ਫਾਦਰ ਕੋਲ ਸੀਗਾ, ਜਾਂ ਮਦਰ ਕੋਲ ਸੀਗਾ।
ਅਗਰ ਫਾਦਰ ਵਰਕਿੰਗ ਹੈਗਾ ਤੇ ਬੱਚਿਆਂ ਨੂੰ ਉਸ ਜਿਹੜੀ ਆਨਲਾਈਨ ਜਿਹੜੀ ਐਜੂਕੇਸ਼ਨ ਅਸੀਂ ਦਿੰਦੇ ਸੀਗੇ ਉਹਦੇ ਨਾਲ ਬੱਚਿਆਂ ਨੂੰ ਨੁਕਸਾਨ ਹੁੰਦਾ ਸੀਗਾ। ਬਹੁਤ ਸਾਰੇ ਪੇਰੈਂਟਸ ਨੂੰ ਫਿਰ ਅੱਗੇ ਪਿੱਛੇ ਵੀ ਅਸੀਂ ਉਹਨਾਂ ਨੂੰ ਕਰਕੇ ਕਲਾਸਿਸ, ਈਵਨਿੰਗ ਕਲਾਸਿਸ ਕਰਕੇ ਜਾਂ ਐਕਸਟਰਾ ਕਲਾਸਿਸ ਦੇ ਕੇ ਉਹਨਾਂ ਨੂੰ ਅਸੀਂ ਐਜੂਕੇਸ਼ਨ ਦਿੰਦੇ ਸੀ। ਉਹਦੇ ਨਾਲ ਬੱਚਿਆਂ ਦੀ ਜਿਹੜੀ ਆ ਓਵਰਆਲ ਡਿਵੈਲਪਮੈਂਟ ਸੀ, ਜਿਵੇਂ ਫਿਜ਼ੀਕਲੀ ਵੀ ਹੋ ਗਈ, ਮੈਂਟਲੀ ਵੀ ਹੋ ਗਈ, ਬਹੁਤ ਇਫੈਕਟ ਹੋਈ ਹੈ। ਪਰ ਕੁਝ ਬੱਚੇ ਜਿਹੜੇ ਹੈ ਬਹੁਤ ਅੱਛੇ ਵੀ ਰਹੇ ਨੇ, ਜਿਨ੍ਹਾਂ ਦੇ ਪੇਰੈਂਟਸ ਜਿਹੜੇ ਬੱਚਿਆਂ ਤੇ ਬਹੁਤ ਧਿਆਨ ਦਿੰਦੇ ਸੀਗੇ। ਹੁਣ ਜਿਹੜੇ ਪੇਰੈਂਟਸ ਵਰਕਿੰਗ ਹੁੰਦੇ ਨੇ, ਕਈ ਵਾਰੀ ਉਹ ਫਿਰ ਬੱਚੇ ਵੀ ਨਿਗਲੈਕਟ ਹੁੰਦੇ ਨੇ। ਸਕੂਲ ਦੇ ਵਿੱਚ ਤੇ ਅਸੀਂ ਉਹਨਾਂ ਨੂੰ ਲੁੱਕ ਆਫਟਰ ਕਰਦੇ ਹਾਂ। ਜਦੋਂ ਮਦਰ ਫਾਦਰ ਦੋਨੋਂ ਹੀ ਪੇਰੈਂਟਸ ਜਿਹੜੇ ਵਰਕਿੰਗ ਹੋਣ, ਉਹ ਕੰਮ ਤੇ ਚਲੇ ਜਾਂਦੇ ਸੀ, ਬੱਚੇ ਆਨਲਾਈਨ ਸਿਰਫ ਕੀ ਕਹਿੰਦੇ ਨੇ ਕਨੈਕਟ ਹੋਣ ਤੋਂ ਬਾਅਦ ਬੱਚੇ ਆਪਣਾ ਕੰਮ ਕਰਦੇ ਸੀ, ਜਾਂ ਕੋਈ ਗੇਮਾਂ ਖੇਡਦੇ ਰਹਿੰਦੇ ਸੀ, ਜਾਂ ਫਿਰ ਉਹ ਆਪਣੀਆਂ ਹੋਰ ਐਕਟੀਵਿਟੀਜ਼ ਕਰਦੇ ਰਹਿੰਦੇ ਸੀ। ਪੜ੍ਹਾਈ ਵੱਲ ਉਨਾ ਧਿਆਨ ਉਹਨਾਂ ਨੇ ਨਹੀਂ ਦਿੱਤਾ। ਤੇ ਐਸੇ ਬੱਚੇ ਜਿਹੜੇ ਸੀਗੇ ਉਹਨਾਂ ਨੂੰ ਜਦੋਂ ਹੁਣ ਸਾਡਾ ਸਕੂਲ ਦੁਬਾਰਾ ਆਨਲਾਈਨ ਤੋਂ ਆਫਲਾਈਨ ਆਇਆ ਤੇ ਉਹਦੇ 'ਚ ਬੜੀਆਂ ਦਿੱਕਤਾਂ ਆਈਆਂ। ਬਹੁਤ ਸਾਰੇ ਬੱਚੇ ਐਸੇ ਸੀ ਜਿਨ੍ਹਾਂ ਨੂੰ ਲਿਖਣਾ ਭੁੱਲ ਗਿਆ ਸੀਗਾ, ਔਰ ਕੀ ਉਹ ਸੀ ਕਰਦੇ ਸੀਗੇ ਫੋਨ ਤੇ ਉਹ ਸਾਰਾ ਕੁਝ ਕਰਦੇ ਸੀ ਜਾਂ ਜਵਾਬ ਦਿੰਦੇ ਸੀ, ਔਰ ਰਾਈਟਿੰਗ ਦੀ ਜਿਹੜੀ ਉਹਨਾਂ ਦੀ ਸਪੀਡ ਵੀ ਘਟ ਗਈ ਸੀ, ਔਰ ਉਹਨਾਂ ਦੀ ਜਿਹੜੀ ਹੈ ਲਿਖਣ ਦੀ ਪ੍ਰੈਕਟਿਸ ਸੀ ਉਹ ਵੀ ਘਟ ਗਈ। ਉਹਦੇ ਨਾਲ ਬਹੁਤ ਟੀਚਰਸ ਨੂੰ ਮਿਹਨਤ ਕਰਨੀ ਪਈ। ਪਹਿਲੇ ਸਾਲ ਤੇ ਅਸੀਂ ਇਹਨਾਂ ਨੂੰ ਇੰਨਾ ਜ਼ਿਆਦਾ ਟੀਚਰਸ ਨੇ ਫੋਰਸ ਨਹੀਂ ਕੀਤਾ ਕਿ ਵੀ ਰਾਈਟਿੰਗ ਵਾਸਤੇ। ਫਿਰ ਹੌਲੀ ਹੌਲੀ ਮੈਂ ਟੀਚਰਸ ਨੂੰ ਥੋੜ੍ਹਾ ਜਿਹਾ ਗਾਈਡ ਕੀਤਾ ਕਿ ਅਸੀਂ ਜੋ ਆਪਣੇ ਕਿਸੇ ਦਾ ਵੀ ਟੀਚਰਸ ਦਾ ਪੀਰੀਅਡ ਹੋਏ ਉਹਦੇ 'ਚੋਂ 5 to 10 ਮਿੰਟਸ ਜਿਹੜੇ ਆ ਉਹ ਬੱਚਿਆਂ ਨੂੰ ਪਹਿਲਾਂ ਰਾਈਟਿੰਗ ਦੇ ਦਿਓ, ਉਹਨਾਂ ਨੂੰ ਤੁਸੀਂ ਲਿਖਵਾਓ, ਜਾਂ ਤੁਸੀਂ ਬਲੈਕ ਬੋਰਡ 'ਤੇ ਲਿਖੋ ਕੁਐਸਚਨਸ ਐਂਡ ਆਨਸਰ, ਸੋ ਦੈਟ ਬੱਚਿਆਂ ਨੂੰ ਕਹੋ ਜੀ ਇਹਨਾਂ ਨੂੰ ਤੁਸੀਂ ਕਾਪੀ ਕਰਕੇ ਆਪਣੀ ਕਾਪੀ 'ਚ ਲਿਖੋ। ਉਹਦਾ ਮੋਟਿਵ ਸਾਡਾ ਇਹੀ ਸੀਗਾ ਕਿ ਬੱਚਿਆਂ ਨੂੰ ਦੁਬਾਰਾ ਲਿਖਣ ਦੀ ਆਦਤ ਪਏ। ਤੇ ਬਹੁਤ ਸਾਰੇ ਪੇਰੈਂਟਸ ਸੀਗੇ ਜਿਨ੍ਹਾਂ ਨੂੰ ਅਸੀਂ ਹੋਮਵਰਕ ਜੋ ਕਲਾਸ ਵਿੱਚ ਕਰਦੇ ਹਾਂ, ਤੇ ਪੇਰੈਂਟਸ ਨੂੰ ਇਹ ਆਦਤ ਪੈ ਗਈ ਸੀ ਕਿ ਕਲਾਸ ਵਰਕ ਜੋ ਹੈ ਸਾਨੂੰ ਫੋਨ 'ਤੇ ਭੇਜਿਆ ਜਾਏ। ਉਹ ਵੀ ਅਸੀਂ ਹੌਲੀ ਹੌਲੀ ਕਰਕੇ ਪੇਰੈਂਟਸ ਨੂੰ ਰਿਕੁਐਸਟ ਕਰਕੇ ਕਿ ਵੀ ਅਸੀਂ ਤੁਹਾਨੂੰ ਆਨਲਾਈਨ ਹੁਣ ਫੈਸਿਲਿਟੀ ਜਿਹੜੀ ਉਹ ਨਹੀਂ ਦੇਵਾਂਗੇ। ਹਾਂ, ਕੋਈ ਵੈਲਿਡ ਰੀਜ਼ਨ ਕਿਸੇ ਕੋਲ ਹੋਏ ਤੇ ਅਸੀਂ ਇਹਨੂੰ ਜ਼ਰੂਰ ਕੋਆਪਰੇਟ ਕਰਾਂਗੇ, ਪਰ ਅਸੀਂ ਆਫਲਾਈਨ ਇਸ ਕਰਕੇ ਕਰਾਂਗੇ ਸੋ ਦੈਟ ਬੱਚਾ ਕਲਾਸ ਵਿੱਚ ਲਿਖ ਕੇ ਔਰ ਆਪਣਾ ਹੋਮਵਰਕ ਜਿਹੜਾ ਉਹ ਲਿਖ ਕੇ ਲੈ ਕੇ ਜਾਏ ਘਰ। ਸੋ ਇਸ ਤਰ੍ਹਾਂ ਦੀਆਂ ਦਿੱਕਤ ਜਿਹੜੀਆਂ ਸੀਗੀਆਂ ਉਹ ਸਭ ਦੇ ਲਈ ਸੀਗੀਆਂ, ਉਹ ਸਭ ਦੇ ਲਈ, ਸਾਡੇ ਲਈ ਵੀ ਔਖਾ ਸੀਗਾ, ਪੇਰੈਂਟਸ ਲਈ ਵੀ ਸੀ। ਫਿਰ ਇੱਕ ਦੂਸਰੇ ਨੂੰ ਕੋਪ ਅਪ ਕਰਕੇ ਪੀਟੀਐਮ ਹੁੰਦੀ ਸੀ, ਪੇਰੈਂਟਸ ਨੂੰ ਬਹੁਤ ਸਾਰੀਆਂ ਚੀਜ਼ਾਂ ਸਮਝਾਉਂਦੇ ਸੀਗੇ ਕਿ ਤੁਸੀਂ ਬੱਚਿਆਂ ਨੂੰ ਇੰਝ ਟੈਕਲ ਕਰੋ, ਇੰਝ ਟੈਕਲ ਕਰੋ। ਔਰ ਹੁਣ ਸੈਕੰਡ ਈਅਰ ਹੈਗਾ ਆਫਲਾਈਨ ਦਾ, ਤੇ ਹੁਣ ਬੱਚੇ ਕਾਫੀ ਉਹ ਦੁਬਾਰਾ ਉਸ ਲਾਈਨ ਤੇ ਆ ਗਏ ਨੇ, ਔਰ ਬੱਚੇ ਮਿਹਨਤ ਵੀ ਕਰ ਰਹੇ ਨੇ, ਟੀਚਰਸ ਵੀ ਕਰਾ ਰਹੇ ਨੇ। ਪੇਰੈਂਟਸ ਨੂੰ ਵੀ ਹੁਣ ਪਤਾ ਹੈ ਕਿ ਵੀ ਆਫਲਾਈਨ ਸਾਨੂੰ ਕਰਾਉਣਾ, ਤੇ ਬੱਚਾ ਜਦ ਤੱਕ ਪ੍ਰੋਪਰ ਪੜ੍ਹੇਗਾ ਨਹੀਂ ਤੇ ਪਾਸ ਨਹੀਂ ਹੋਏਗਾ। ਸੋ ਇਹ ਚੀਜ਼ਾਂ ਨਾਲ ਇੰਪਰੂਵਮੈਂਟ ਹੋਈ ਹੈ ਹੁਣ 2 ਸਾਲਾਂ ਤੋਂ। ਮੈਮ, ਆਪ ਜੀ ਸੰਗਤ ਨੂੰ ਕੀ ਮੈਸੇਜ ਦੇਣਾ ਚਾਹੋਗੇ? ਸੰਗਤ ਨੂੰ ਮੈਂ ਇਹੀ ਮੈਸੇਜ ਦੇਣਾ ਚਾਹਾਂਗੀ ਕਿ ਸਾਡੇ ਜਿਹੜੇ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਹੈ, ਚੇਨ ਆਫ ਸਕੂਲ ਹੈਗੇ ਆ, ਇਹ ਬੇਸ਼ੱਕ ਇਹਨਾਂ ਦੇ ਇੰਟਰਨਲ ਇਸ਼ੂ ਕੁਝ ਵੀ ਹੋਣ, ਹਰ ਜਗ੍ਹਾ ਤੇ ਹੁੰਦੇ ਆ। ਕਿਸੇ ਦੇ ਓਪਨ ਹੁੰਦੇ ਆ, ਕਿਸੇ ਦੇ ਇੰਟਰਨਲੀ ਹੁੰਦੇ ਆ ਜੋ ਬਾਹਰ ਨਹੀਂ ਆਉਂਦੇ। ਪਰ ਮੈਂ ਇਹ ਕਹਾਂਗੀ ਕਿ ਸਾਡੇ ਸਕੂਲਾਂ ਦੇ ਵਿੱਚ ਪੜ੍ਹਾਈ ਦਾ ਮਿਆਰ ਅੱਜ ਵੀ ਬਹੁਤ ਵਧੀਆ ਹੈ, ਔਰ ਇਹਨਾਂ ਸਕੂਲਾਂ ਦੇ ਵਿੱਚ ਬੱਚੇ ਜਿਹੜੇ ਆ ਮੋਰਲ ਵੈਲਿਊਜ਼ ਜਿਹੜੀਆਂ ਉਹ ਸਿੱਖਦੇ ਨੇ। ਔਰ ਇਹਨਾਂ ਸਕੂਲਾਂ ਦੇ ਵਿੱਚ ਜਿਹੜੇ ਦੂਸਰੇ ਵੱਡੇ ਸਕੂਲ ਨੇ, ਨਾਮੀ ਸਕੂਲ ਨੇ, ਜਿਨ੍ਹਾਂ ਦਾ ਬੜਾ ਨਾਮ ਹੈ, ਉਹਨਾਂ ਸਕੂਲਾਂ ਦੇ ਵਿੱਚ ਡਰੱਗਸ ਵਗੈਰਾ ਬਹੁਤ ਹੈ। ਪਰ ਸਾਡੇ ਸਕੂਲ ਜਿਹੜੇ ਆ, ਕਿਉਂਕਿ ਧਰਮ ਦੇ ਨਾਲ ਜੁੜੇ ਹੋਣ ਦੇ ਕਰਕੇ ਇਹਨਾਂ ਸਕੂਲਾਂ ਦੇ ਵਿੱਚ ਐਸਾ ਕੁਝ ਨਹੀਂ ਹੈ, ਔਰ ਡਰੱਗਸ ਤੋਂ ਬੱਚੇ ਬਚੇ ਹੋਏ ਨੇ। ਔਰ ਬੱਚੇ ਜਿਹੜੇ ਇੱਥੇ ਮੋਰਲ ਵੈਲਿਊਜ਼ ਜਿਹੜੀਆਂ ਉਹ ਧਰਮ ਦੇ ਨਾਲ ਨਾਲ ਇਹ ਚੀਜ਼ਾਂ, ਚੰਗੀਆਂ ਚੀਜ਼ਾਂ ਸਿੱਖਦੇ ਨੇ, ਔਰ ਤਾਂ ਹੀ ਬੱਚਿਆਂ ਦੀ ਜਿਹੜੀ ਪਰਸਨੈਲਿਟੀ ਹੈ ਉਹ ਅੱਗੇ ਡਿਵੈਲਪ ਹੋਏਗੀ। ਕਿਉਂਕਿ ਸਾਡੀ ਬਾਣੀ ਵੀ ਤਾਂ ਕਹਿੰਦੀ ਆ ਨਾ, ਸੱਚੋਂ ਉਰੇ ਸਭ ਕੋ ਉੱਪਰ ਸੱਚ ਆਚਾਰ, ਮਤਲਬ ਸਾਡਾ ਆਚਰਣ ਜਿਹੜਾ ਹੈ ਉਹ ਸੱਚ ਤੋਂ, ਮਤਲਬ ਸਾਰੇ ਸੰਸਾਰ ਤੋਂ ਉੱਪਰ ਸਾਡਾ ਆਚਰਣ ਹੈ। ਤੇ ਸਾਡਾ ਮੇਨ ਮੋਟਿਵ ਕੀ ਹੈਗਾ? ਬੱਚਿਆਂ ਦੀ ਪਰਸਨੈਲਿਟੀ ਨੂੰ ਪੜ੍ਹਾਈ ਦੇ ਨਾਲ ਨਾਲ ਸਿੱਖੀ ਦੇ ਨਾਲ ਜੋੜਨਾ ਤੇ ਡਿਵੈਲਪ ਕਰਨਾ। ਸੋ ਮੇਰੀ ਰਿਕੁਐਸਟ ਹੈ ਪੇਰੈਂਟਸ ਨੂੰ, ਜੇ ਉਹ ਜਿੱਥੇ ਜਿੱਥੇ ਵੀ ਹੈ ਸਾਡੇ ਇਹਨਾਂ ਸਕੂਲਾਂ ਦੇ ਬਾਰੇ
ਜੋ ਪੋਜ਼ਿਟਿਵ ਗੱਲਾਂ ਉਹਨਾਂ ਨੂੰ ਸੁਣ ਕੇ ਔਰ ਰਿਕਮੈਂਡ ਕਰਨ ਕਿ ਅਸੀਂ ਆਪਣੇ ਬੱਚਿਆਂ ਨੂੰ ਸਿੱਖ ਸਕੂਲਾਂ ਦੇ ਵਿੱਚ ਪੜ੍ਹਾਈਏ, ਜਿੱਥੇ ਸਾਡੀਆਂ ਮੋਰਲ ਵੈਲਿਊਜ਼ ਜਿਹੜੀਆਂ ਬੱਚਿਆਂ ਨੂੰ ਇਨਹੈਰਿਟ ਹੋਣ ਤੇ ਬੱਚੇ ਜਿਹੜੇ ਉਹ ਸੰਸਾਰ ਦੇ ਵਿੱਚ ਜਿੱਥੇ ਵੀ ਜਾਣ ਔਰ ਚੰਗੀਆਂ ਗੱਲਾਂ ਫੈਲਾਉਣ ਔਰ ਇਹਨਾਂ ਸਕੂਲਾਂ ਦਾ ਨਾਮ ਹੋਏ। ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜੋ ਪ੍ਰਬੰਧ ਹੈਗੇ ਨੇ, ਜੋ ਐਫਰਟਸ ਕਰ ਰਹੇ ਨੇ, ਉਹ ਵੀ ਸਾਰੇ ਦੁਨੀਆ ਦੇ ਵਿੱਚ ਸਭ ਨੂੰ ਪਤਾ ਲੱਗਣ ਕਿ ਹਾਂ ਅਸੀਂ ਆਪਣੀ ਕਮਿਊਨਿਟੀ ਵਾਸਤੇ ਕਿੰਨੀ ਸੇਵਾ ਕਰਦੇ ਹਾਂ। ਮੈਮ ਅੱਜ ਅਸੀਂ ਗਲੋਬਲ ਮਿਡਾਸ ਫਾਊਂਡੇਸ਼ਨ ਸਾਡਾ ਖਿੜਦਾ ਪੰਜਾਬ ਵੱਲੋਂ ਆਏ ਹਾਂ ਤੇ ਆਪ ਜੀ ਨੂੰ ਕਿਵੇਂ ਲੱਗਿਆ ਔਰ ਆਪ ਜੀ ਕੀ ਕਹਿਣਾ ਚਾਹੋਗੇ? ਬਹੁਤ ਅੱਛਾ ਲੱਗਿਆ ਮੈਨੂੰ। ਇਹ ਅਹਿਸਾਸ ਹੋਇਆ ਕਿ ਵੀ ਅਗਰ ਇਸ ਟਾਈਪ ਦੇ ਛੋਟੇ ਛੋਟੇ ਐਫਰਟਸ ਕਰਕੇ ਅਸੀਂ ਕੋਈ ਅੱਛਾ ਮੈਸੇਜ ਜਿਹੜਾ ਸੰਗਤ ਦੇ ਵਿੱਚ ਦੇ ਸਕੀਏ, ਇਹ ਤੁਹਾਡਾ ਇੱਕ ਉਪਰਾਲਾ ਜੋ ਹੈ ਬਹੁਤ ਵਧੀਆ ਉਪਰਾਲਾ ਹੈਗਾ। ਤੁਸੀਂ ਹਿੰਮਤ ਕੀਤੀ ਹੈ ਕਿ ਮਤਲਬ ਐਜੂਕੇਸ਼ਨ ਤੇ ਜਿਹੜੇ ਅੱਛੇ ਇੰਸਟੀਚਿਊਟ ਨੇ ਉਹਨਾਂ ਨੂੰ ਪ੍ਰਮੋਟ ਕਰਨ ਦਾ। ਸੋ ਬਹੁਤ 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 ਧੰਨਵਾਦ ਹੈ ਤੁਹਾਡਾ ਕਿ ਤੁਸੀਂ ਇਸ ਵੱਲ ਕਦਮ ਵਧਾਇਆ। ਤਾਂ ਅਸੀਂ ਤੁਹਾਡੇ ਨਾਲ ਹੈਗੇ ਹਾਂ ਤੇ ਇਹ ਸਾਰਿਆਂ ਦੇ ਮਿਲ ਕੇ ਐਫਰਟਸ ਹੈਗੇ ਨੇ ਕਿ ਜਿਹੜਾ ਅਸੀਂ ਇਹਨਾਂ ਨੂੰ ਇੰਸਟੀਟਿਊਸ਼ਨਸ ਨੂੰ ਅੱਗੇ ਲੈ ਕੇ ਜਾਵਾਂਗੇ। ਇੱਕ ਵਧੀਆ ਮੈਸੇਜ ਤੁਸੀਂ ਸੰਗਤ ਨੂੰ ਦਿੱਤਾ ਹੈਗਾ। ਬਹੁਤ ਬਹੁਤ ਧੰਨਵਾਦ ਆਪ ਜੀ ਦਾ ਮੈਮ ਜੀ। ਆਪ ਬਹੁਤ ਵਧੀਆ ਤਰੀਕੇ ਨਾਲ ਸਕੂਲ ਮੈਨੇਜ ਕਰ ਰਹੇ ਹੈਗੇ ਔਰ ਬਹੁਤ ਅੱਛੇ ਤਰੀਕੇ ਨਾਲ ਟੀਚਰਸ ਵਗੈਰਾ ਨੂੰ ਬੱਚਿਆਂ ਨੂੰ ਸਪੋਰਟ ਕਰ ਰਹੇ ਹੈਗੇ ਹੋ। ਥੈਂਕ ਯੂ ਮੈਮ। ਥੈਂਕ ਯੂ ਸੋ ਮਚ। ਸਤਿ ਸ਼੍ਰੀ ਅਕਾਲ। ਅਸੀਂ ਆਏ ਹੈਗੇ ਆ ਇੰਗਲਿਸ਼ ਦੇ ਟੀਚਰ ਕੋ ਤੇ ਉਹਨਾਂ ਤੋਂ ਜਾਣਦੇ ਉਹਨਾਂ ਦੇ ਬੈਕਗ੍ਰਾਉਂਡ ਬਾਰੇ ਔਰ ਉਹ ਬੱਚਿਆਂ ਨੂੰ ਕਿਸ ਤਰ੍ਹਾਂ ਕੀ ਕਰਵਾ ਰਹੇ ਹੈਗੇ ਨੇ। ਸਤਿ ਸ਼੍ਰੀ ਅਕਾਲ ਮੈਮ। ਸਤਿ ਸ਼੍ਰੀ ਅਕਾਲ ਜੀ। ਮੈਮ ਆਪ ਜੀ ਦਾ ਨਾਮ? ਮਾਈ ਨੇਮ ਇਜ਼ ਮਿਸਿਸ ਰਵਿੰਦਰ ਕੌਰ ਆਨੰਦ। ਰਵਿੰਦਰ ਮੈਮ ਆਪ ਜੀ ਦਾ ਕੀ ਬੈਕਗ੍ਰਾਉਂਡ ਹੈਗਾ? ਸ਼ੁਰੂ ਤੋਂ ਹੀ ਮੈਂ ਇਟਸ ਅਬਾਊਟ 16-17 years now I'm into teaching fraternity and ਇਸ ਬ੍ਰਾਂਚ ਵਿੱਚ ਟ੍ਰਾਂਸਫਰ ਮੈਂ ਹੋਈ ਸੀਗੀ 2006 ਵਿੱਚ। ਉਸ ਤੋਂ ਪਹਿਲਾਂ ਨਾਨਕ ਪਿਆਉ ਬ੍ਰਾਂਚ ਵਿੱਚ ਸੀ, ਉੱਥੇ ਵੀ ਇੰਗਲਿਸ਼ ਟੀਚਰ ਰਹੀ ਸੀਗੀ ਤੇ ਤਾਂ ਦੇ ਇੱਥੇ ਹੀ ਹੈਗੇ ਆ। ਇਨ ਬਿਟਵੀਨ ਇੱਕ ਅੱਧੀ ਵਾਰ ਟ੍ਰਾਂਸਫਰ ਹੋਈ ਸੀ ਹਰਗੋਬਿੰਦ ਇਨਕਲੇਵ। ਦੇਰ ਆਲਸੋ ਆਈ ਵਾਸ ਟੇਕਿੰਗ ਇੰਗਲਿਸ਼ ਓਨਲੀ। ਮੈਮ ਆਪ ਜੀ ਕਿਹੜੀ ਕਲਾਸ ਨੂੰ ਇੰਗਲਿਸ਼ ਦਾ ਸਬਜੈਕਟ ਕਰਵਾਉਂਦੇ ਹੋ? ਮਿਡਲ ਸੈਗਮੈਂਟ ਪੜ੍ਹਾ ਰਹੇ ਹਾਂ ਮੈਮ, 6th 7th 8th। ਮੈਮ ਆਪ ਜੀ ਕਿੰਨੇ ਟਾਈਮ ਤੋਂ ਇੱਥੇ ਹੋ? 11 years ਮੈਂ 2006 ਵਿੱਚ ਮੈਂ ਤੁਹਾਨੂੰ ਦੱਸਿਆ I was shifted to this branch. 2018 I was shifted to Hargobind Enclave and recently that is on 22nd November 22nd I was again transferred to this branch. Almost 13 years in this branch in total. ਮੈਮ ਬੱਚਿਆਂ ਨੂੰ ਅੱਛੇ ਤੋਂ ਅੱਛਾ ਸਮਝ ਆਏ ਉਹਦੇ ਵਾਸਤੇ ਤੁਸੀਂ ਕੀ ਮੈਥਡ ਉਪਯੋਗ ਕਰਦੇ ਹੋ? ਇੰਗਲਿਸ਼ ਦੇ ਬਾਰੇ 'ਚ ਤੁਸੀਂ ਪੁੱਛ ਰਹੇ ਹੋ? I always prefer asking or taking previous knowledge testing like ਬੱਚਿਆਂ ਨੂੰ ਲਾਸਟ ਕਲਾਸ ਦਾ ਪੜ੍ਹਿਆ ਹੋਇਆ ਕਿੰਨਾ ਕੁ ਯਾਦ ਹੈਗਾ। I try to connect the students with the initial topic first and then move ahead. Secondly, one main thing which I always apply in my subject is I don't move ahead to another topic until and unless the basic points, the points of the concerned topic are clear to each and every. Even if the 80% students are able to reply in my class, I think that I have achieved my aim. 80% ਬੱਚੇ ਅਗਰ point ਨੂੰ clear ਸਮਝ ਲੈਂਦੇ ਨੇ ਤਾਂ it is okay with me. Then only I'll move to another topic. ਥੈਂਕ ਯੂ ਮੈਮ। ਬਹੁਤ ਵਧੀਆ ਲੱਗਿਆ ਆਪ ਜੀ ਨੂੰ ਮਿਲ ਕੇ। ਆਪ ਬਹੁਤ ਅੱਛੇ ਤਰੀਕੇ ਨਾਲ ਬੱਚਿਆਂ ਨੂੰ ਪੜ੍ਹਾ ਰਹੇ ਹੈਗੇ ਹੋ। ਥੈਂਕ ਯੂ ਮੈਮ। मेरा नाम वैशाली है मैम एंड मैंने आई हैव डन BA B.Ed मैंने B.Ed किया हुआ है
और यहाँ पे मैं 2010 से हूँ। उससे पहले मैं इंडिया गेट वाली ब्रांच में भी मैंने काम किया है। और यहाँ पे मैं बच्चों का मतलब है एज ए PRT मैं अभी 1st to 3rd मैथ्स ले रही हूँ, बट मैं एडमिशन का काम भी देखती हूँ। आई एम एडमिशन इंचार्ज ऑल्सो। तो बाकी 1st to 3rd में बच्चों को मैथ्स के लिए, छोटे बच्चे हैं उसके लिए तो बस यही है एग्ज़ाम्पल। फॉर एग्ज़ाम्पल आज मैंने उनको एडिंग मतलब है कैसे ज़ीरो को कैसे ऐड करते हैं, तो फॉर एग्ज़ाम्पल उनको जितने हम एग्ज़ाम्पल देकर बच्चों को क्लियर कर सकते हैं, और कोई बच्चों को मेथड है ही नहीं है। जो भी आपके पास उस वक्त मटेरियल है वो बच्चों को बताइए, खड़े कर दीजिए बच्चों को। जैसे 2 बच्चे हैं, बच्चा आप खड़े हो जाइए, ये 1 बॉय है, ये 1 गर्ल है, 1 + 1 2। तो बच्चों को एग्ज़ाम्पल देके ही हम छोटे बच्चों को कुछ क्लियर कर सकते हैं। ਆਪ ਜੀ ਦਾ ਨਾਮ? जी मेरा नाम अन्नू कौर हैगा। हाँ जी, ਅਨੂ ਮੈਮ ਆਪ ਜੀ ਦਾ ਬੈਕਗ੍ਰਾਉਂਡ ਕੀ ਹੈਗਾ? मैं बैकग्राउंड ऐसा हैगा कि मैं MA हैगी हाँ, MA इंग्लिश एंड MA इन हिस्ट्री, एंड आई एम ग्रेजुएटेड फ्रॉम दिल्ली यूनिवर्सिटी, एंड आफ्टर दैट आई हैड डन माई MA। ਮੈਮ ਆਪ ਜੀ ਇੱਥੇ ਕਿੰਨੇ ਟਾਈਮ ਤੋਂ ਔਰ ਬੱਚਿਆਂ ਨੂੰ ਕਿਹੜਾ ਕਿਹੜਾ ਸਬਜੈਕਟ ਕਰਵਾਉਂਦੇ? मैं इथों काफ़ी टाइम ते हैगी हाँ, सिंस 10 to 15 ईयर्स। टीचिंग प्रोफैशन से तो बहुत टाइम ते हैगी हाँ, पर इत्थे मैं 10 to 15 ईयर्स मैनू टीचिंग प्रोफैशन में हो गए ने, और स्कूल बहुत अच्छा हैगा। हाँ जी। ਇਸ ਤੋਂ ਪਹਿਲੇ ਆਪ ਜੀ ਕਿਹੜੀ ਬ੍ਰਾਂਚ ਸੀ? मैं ਇੱਥੇ दूसरी निहाल विहार वाली ब्रांच ਵਿੱਚ ਹੈਗੀ ਸੀ, ਤੇ ਉੱਥੋਂ ਦੀ ਮੈਂ ਇੱਥੇ ਆਈ ਹਾਂ। ਤੇ ਬਾਕੀ ਮੈਂ ਵੈਸੇ ਪ੍ਰਾਈਵੇਟ ਜੌਬ ਵੀ ਪਹਿਲੇ ਕੀਤੀ ਹੋਈ ਹੈ। ਹਾਂਜੀ, ਕਾਫੀ ਟਾਈਮ ਤੋਂ ਹੈਗੀ ਮੈਂ ਟੀਚਿੰਗ 'ਚ। ਮੈਮ ਬੱਚਿਆਂ ਨੂੰ ਕਿਹੜੀ ਕਿਹੜੀ ਕਲਾਸ ਨੂੰ ਤੁਸੀਂ SST ਦਾ ਸਬਜੈਕਟ ਕਰਵਾਉਂਦੇ ਹੋ? ਮੈਮ ਮੇਰੇ ਕੋਲ ਨਾ 6th 7th 8th ਦਾ SST ਦਾ ਜਿਹੜਾ ਸਬਜੈਕਟ ਹੈਗਾ ਸੋਸ਼ਲ ਸਾਇੰਸ, ਉਹ ਮੈਂ 6 to 8 ਲੈ ਰਹੀ ਹਾਂ, ਔਰ ਕਾਫੀ ਟਾਈਮ ਤੋਂ ਮੈਂ ਲੈ ਰਹੀ ਹਾਂ ਸੋਸ਼ਲ ਸਾਇੰਸ। ਹਾਂਜੀ, ਅਕੋਰਡਿੰਗ ਟੂ ਮਾਈ ਕੁਆਲੀਫਿਕੇਸ਼ਨ। ਹਾਂਜੀ ਮੈਮ ਬੱਚਿਆਂ ਨੂੰ ਅੱਛੇ ਤੋਂ ਅੱਛਾ ਸਮਝਾਉਣ ਵਾਸਤੇ ਤੁਸੀਂ ਕੀ ਮੈਥਡ ਉਪਯੋਗ ਕਰਦੇ ਹੋ? मैडम देयर आर वेरीअस मैथड टू कोप अप विद द चिल्ड्रन, बट जिस तरह का माहौल है उस तरह के, क्योंकि इत्थे थोड़े जोड़े बच्चे हैगे ने वो फस्ट लर्नर हैगे ने, तो उन्होंने थोड़ा जा ईजी बैकग्राउंड लैके विद एग्जाम्पल्स और डे टू डे लाइफ नाल उन्होंने रिलेट करके असी जो हैगे आ कि अपने सोशल साइंस नू उन्होंने फिर एनवायरनमेंट नाल भी रिलेट करके उन्होंने उस तरीके नाल समझाईदा है। ਮੈਮ ਜਿਸ ਤਰ੍ਹਾਂ ਆਪ ਜੀ ਬਹੁਤ ਪੁਰਾਣੇ ਟੀਚਰ ਹੋ, ਤੇ 2 ਈਅਰ ਆਫਟਰ 2 ਈਅਰ ਬਿਫੋਰ ਕੋਵਿਡ ਰਿਜ਼ਲਟ ਕੀ ਰਿਹਾ, ਬੱਚਾ ਦੀ ਪਰਸੈਂਟੇਜ ਕੀ ਰਹੀ? कोविड च थोड़ी जी परेशानी हुई है, क्योंकि बच्चों का थोड़ा जा लेवल भी उस हिसाब से, क्योंकि बच्चों की कोई एक्सट्रा एक्टिविटी नहीं सी हो रही, वो घर ही रह के पढ़ रहे सी, तो थोड़ा जा रिजल्ट च फर्क आया है। हाँ जी, पर हुण धीरे धीरे जोड़े बच्चे ने वो कोप अप कर रहे हैं, दे आर कोपिंग विद दी एग्जिस्टिंग एनवायरनमेंट, दे आर ट्राइंग। और ये वास्ते सानू ना सब तो वड्डा जिहड़ा हत्थ हैगा टीचर्स का चाहिए हैगा। टीचर्स और बच्चों का दोनों की कोऑपरेशन जरूरी हैगी, क्योंकि जिथे स्कूल में बच्चा काफ़ी टाइम रहिंदा है, तो उसदे बाद थोड़ा जा पेरेंट्स नू भी थोड़ी जी रिस्पोंसिबिलिटी नाल काम करना पेगा। ताइयों असी मेरे ख्याल असी जिहड़ा 2 साल का कोविड हैगा वो काफ़ी सानू पिछे असी कर गया हैगा, तो उन्होंने असी ताई कवर कर सकते हैं जे पेरेंट्स थोड़ा जा स्ट्रिक्टली थोड़ा जा। बाकी ऐसा हैगा कि मैंटल प्रैशर भी बच्चों में हैगा कोविड का, बाकी वो सब हौली हौली ठीक हो जाएगा, ऐसी कोई दिक्कत वाली बात। होप फॉर द बेस्ट इन फ्यूचर ऑल्सो। ਥੈਂਕ ਯੂ ਮੈਮ, ਬਹੁਤ ਵਧੀਆ ਲੱਗਿਆ ਆਪ ਜੀ ਨੂੰ ਮਿਲ ਕੇ। ਆਪ ਬੱਚਿਆਂ ਨੂੰ ਬਹੁਤ ਅੱਛੇ ਤਰੀਕੇ ਨਾਲ ਸਟੱਡੀ ਕਰਵਾ ਰਹੇ ਹੋ ਔਰ ਉਹਨਾਂ ਨੂੰ ਸਪੋਰਟ ਕਰ ਰਹੇ ਹੋ। ਥੈਂਕ ਯੂ। ਮੇਰਾ ਨਾਮ ਹਰਪ੍ਰੀਤ ਕੌਰ ਹੈ। ਹਰਪ੍ਰੀਤ ਮੈਮ, ਆਪ ਜੀ ਦਾ ਕੀ ਬੈਕਗ੍ਰਾਉਂਡ ਹੈਗਾ? ਮੈਂ ਇੱਥੇ 2005 ਤੋਂ ਪਿਛਲੇ 18 ਸਾਲ ਤੋਂ ਇਸੇ ਸਕੂਲ ਵਿੱਚ ਪੰਜਾਬੀ ਅਤੇ ਧਾਰਮਿਕਤਾ ਵਿਸ਼ਾ ਪੜ੍ਹਾਉਂਦੀ ਹਾਂ, ਤੇ BA BEd ਹੈਗੀ ਆ। ਮੈਂ ਪੰਜਾਬੀ 'ਚ BEd ਕੀਤੀ ਸੀ, ਦਿੱਲੀ ਯੂਨੀਵਰਸਿਟੀ ਤੋਂ BA ਕੀਤੀ ਹੈ, ਤੇ ਪੰਜਾਬੀ ਯੂਨੀਵਰਸਿਟੀ ਤੋਂ ਜੋ ਪਟਿਆਲਾ ਤੋਂ ਮੈਂ BEd ਕੀਤੀ ਹੈ। ਤੇ ਮੈਂ ਸ਼ੁਰੂ ਤੋਂ ਹੀ ਪੰਜਾਬੀ ਅਤੇ ਡਿਵਿਨਿਟੀ ਦਾ ਸਬਜੈਕਟ ਪੜ੍ਹਾ ਰਹੀ ਹਾਂ ਇਸ ਸਕੂਲ ਵਿੱਚ। ਹਰ ਜਮਾਤ ਦੇ ਬੱਚਿਆਂ ਨੂੰ ਪੜ੍ਹਾਇਆ, ਪਹਿਲੀ ਨੂੰ ਵੀ ਪੜ੍ਹਾਇਆ, ਤੀਜੀ ਨੂੰ ਵੀ ਪੜ੍ਹਾਇਆ, ਮਿਡਲ ਨੂੰ ਵੀ ਪੜ੍ਹਾਇਆ। ਸਾਰੀਆਂ ਜਮਾਤਾਂ ਦੇ ਨਾਲ ਮੈਂ ਸਾਰੀਆਂ ਜਮਾਤਾਂ ਨੂੰ ਹੀ ਮੈਂ ਪੜ੍ਹਾਇਆ ਹੈ ਪੰਜਾਬੀ ਦਾ ਵਿਸ਼ਾ। ਤੇ ਜਿੱਥੇ ਪਹਿਲੀ ਨੂੰ ਪੜ੍ਹਾਇਆ ਹੈ ਉੱਥੇ 8ਵੀਂ ਨੂੰ ਵੀ ਪੜ੍ਹਾਇਆ ਹੈ। ਫ਼ਰਕ ਬੜਾ ਆ ਜਾਂਦਾ ਹੈ, ਪਰ ਕਿਉਂਕਿ ਬੇਸ ਹੈ ਤਾਂ ਸ਼ੁਰੂਆਤ ਉੱਥੋਂ ਹੀ ਕਰਨੀ ਪੈਂਦੀ ਹੈ 35 ਅੱਖਰੀ ਤੋਂ।
ਮੈਮ ਪੰਜਾਬੀ ਵਿੱਚ ਅੱਜ ਜਿਸ ਤਰ੍ਹਾਂ ਆਪਣੇ ਸਿੱਖ ਬੱਚੇ ਤੇ ਪੜ੍ਹਦੇ ਹੀ ਹੈਗੇ ਨੇ ਤੇ ਅਦਰ ਕੌਮ ਦੇ ਬੱਚੇ ਵੀ ਉਹਨਾਂ ਨੂੰ ਵੀ ਪੰਜਾਬੀ ਆਪ ਸਿਖਾਉਂਦੇ ਹੈਗੇ ਹੋ? ਹਾਂਜੀ ਹਾਂਜੀ, ਸਕੂਲ ਵਿੱਚ ਤੇ ਦੇਖੋ ਸਾਰੇ ਤਰ੍ਹਾਂ ਦੇ ਬੱਚੇ ਹੀ ਆਉਂਦੇ ਹਨ। ਸਾਡੇ ਕੋਲ ਉਲਟਾ ਸਿੱਖ ਬੱਚਿਆਂ ਤੋਂ ਜ਼ਿਆਦਾ ਦੂਜੇ ਪੰਜਾਬੀ ਜਿਨ੍ਹਾਂ ਨੂੰ ਪੰਜਾਬੀ ਆਉਂਦੀ ਹੀ ਨਹੀਂ, ਐਟਮੋਸਫੀਅਰ ਵੀ ਨਹੀਂ, ਉਹਨਾਂ ਦਾ ਘਰ ਦਾ ਮਾਹੌਲ ਵੀ ਨਹੀਂ ਹੈ ਪੰਜਾਬੀ ਦਾ, ਉਹ ਬੱਚੇ ਵੀ ਸਾਡੇ ਕੋਲ ਆਉਂਦੇ ਹਨ ਤੇ ਬੜੇ ਬੜੇ ਖੁਸ਼ ਹੋ ਕੇ ਪੰਜਾਬੀ ਦਾ ਵਿਸ਼ਾ ਪੜ੍ਹਦੇ ਹਨ ਬੱਚੇ। ਤੇ ਕਈ ਵਾਰੀ ਉਹਨਾਂ ਦੇ ਪੇਰੈਂਟਸ ਵੀ ਕਹਿੰਦੇ ਨੇ ਮੈਡਮ ਹਮੇ ਤੋਂ ਪੰਜਾਬੀ ਆਤੀ ਨਹੀਂ, ਤੇ ਅਸੀਂ ਉਹਨਾਂ ਨੂੰ ਕਹਿੰਦੇ ਹਾਂ ਕਿ ਉਲਟਾ ਅਸੀਂ ਹਿੰਦੀ ਤੋਂ ਪੰਜਾਬੀ ਸਿਖਾ ਰਹੇ ਹਾਂ, ਤੁਸੀਂ ਵੀ ਸਿੱਖੋ। ਤੇ ਪੇਰੈਂਟਸ ਬੜੇ ਖੁਸ਼ ਹੁੰਦੇ ਨੇ ਕਿਉਂਕਿ ਉਹ ਇੰਨੀ ਈਜ਼ੀ ਢੰਗ ਨਾਲ ਅਸੀਂ ਪੰਜਾਬੀ ਉਹਨਾਂ ਨੂੰ ਸਿਖਾਉਂਦੇ ਹਾਂ ਕਿ ਪੇਰੈਂਟਸ ਵੀ ਪੰਜਾਬੀ ਸਿੱਖ ਜਾਂਦੇ ਹਨ ਤੇ ਬੜੇ ਖੁਸ਼ ਹੁੰਦੇ ਹਨ। ਜਦੋਂ ਕਈ ਵਾਰੀ ਕਹਿੰਦੇ ਨੇ ਬੱਚੇ कि देखो हमें तो बिल्कुल नहीं आती, और बच्चा जब हमारे सामने पढ़ता है हमें बड़ी खुशी होती है, एक नया विषय बच्चा हमारा सीख रहा है। हमारे घर में तो बिल्कुल पंजाबी बोली ही नहीं जाती, पर जब बच्चा उसको पंजाबी आ गई तो हमें बड़ी खुशी होती है। ਮੈਮ ਪੰਜਾਬੀ ਸਿਖਾਉਣ ਵਾਸਤੇ ਆਪ ਜੀ ਕੀ ਤਕਨੀਕ ਉਪਯੋਗ ਕਰਦੇ ਹੈਗੇ ਹੋ ਕਿ ਬੱਚੇ ਨੂੰ ਸਮਝ ਆ ਸਕੇ ਉਸ ਚੀਜ਼ ਬਾਰੇ? ਹਾਂਜੀ, ਉਹ ਦੇਖੋ ਬੇਸ ਤੋਂ ਹੀ ਨਾ 35 ਅੱਖਰੀ ਤੋਂ ਹੀ ਅਸੀਂ ਸ਼ੁਰੂ ਕਰਨੇ ਆ, ਉਹਦੇ ਨਾਲ ਦੀਆਂ ਪਿਕਚਰਸ ਦਿੱਤੀਆਂ ਤੇ ਕਾਰਡ ਵਗੈਰਾ ਬਣਾ ਕੇ ਬੱਚਿਆਂ ਨੂੰ ਇੰਟਰਸਟਿੰਗ ਵੇ ਵਿੱਚ। ਤੇ ਸਭ ਤੋਂ ਪਹਿਲੇ ਤੇ ਅੱਖਰਾਂ ਦੀ ਪਹਿਚਾਣ ਹੈਗੀ ਹੈ, ਕਿਉਂਕਿ ਇੱਥੇ ਬੱਚਿਆਂ ਨੂੰ ਬਿਲਕੁਲ ਪੰਜਾਬੀ ਘਰ ਵੀ ਨਹੀਂ ਆਉਂਦੀ ਤੇ ਅਸੀਂ ਜੋ ਮੈਥਡ ਅਸੀਂ ਯੂਜ਼ ਕਰਨੇ ਆ, ਮੈਂ ਕੀਤਾ ਹਿੰਦੀ ਤੋਂ ਪੰਜਾਬੀ, ਜਿਵੇਂ ਕਿਉਂਕਿ ਹਿੰਦੀ ਬੱਚਿਆਂ ਨੂੰ ਆਉਂਦੀ ਹੈ, ਸਾਰਿਆਂ ਨੂੰ ਹੀ ਆਉਂਦੀ ਹੈ, ਤੇ ਅਸੀਂ ਜਿਵੇਂ ਹਿੰਦੀ ਵਿੱਚ ਊ ਪਾਇਆ ਤੇ ਉਹਦੇ ਨਾਲ ਬੱਚਿਆਂ ਨੂੰ ਸਿਖਾਉਂਦੇ ਆ ਇਹ ਪੰਜਾਬੀ ਦਾ ਊ ਹੈ, ਹਿੰਦੀ ਦਾ ਅ ਪਾਇਆ ਬੱਚਿਆਂ ਨੂੰ ਸਿਖਾਉਂਦੇ ਆ ਕਿ ਇਹ ਪੰਜਾਬੀ ਦਾ ਹੈ, ਕਿ ਤੁਸੀਂ ਹਿੰਦੀ ਤੋਂ ਪੰਜਾਬੀ ਸਿਖਾਉਣ ਦੀ ਅਸੀਂ ਕੋਸ਼ਿਸ਼ ਕਰਨੇ ਆ। ਬੱਚੇ ਉਹਦੇ ਨਾਲ ਨਾ ਬੜੀ ਜਲਦੀ ਸਿੱਖ ਜਾਂਦੇ ਹਨ। ਮਾਤਰਾਵਾਂ ਤਾਂ ਸੇਮ ਹੀ ਹੈਗੀਆਂ, ਜੋ ਬੇਸਿਕ ਮਾਤਰਾਵਾਂ ਪਾਨ ਦੀ ਬਣਾਵਟ ਹੈ ਉਹ ਸਾਰਿਆਂ ਨੂੰ ਫਿਰ ਦੱਸ ਦਿੰਦੇ ਆ ਕਿ ਇਸ ਤਰ੍ਹਾਂ ਬੱਚੇ ਅਕਸ਼ਰਾਂ ਦੀ ਬਣਾਵਟ ਸੋਹਣੇ ਢੰਗ ਨਾਲ ਤੇ ਮਾਤਰਾਵਾਂ ਦੀ ਬਣਾਵਟ ਦਾ ਫਰਕ ਔਰ ਸਾਰਾ ਕੁਝ ਦੱਸਣੇ ਆ, ਬੱਚੇ ਸਿੱਖ ਜਾਂਦੇ ਨੇ। ਮੈਮ ਕਿਹੜੀ ਕਲਾਸ ਨੂੰ ਆਪ ਪੰਜਾਬੀ ਕਰਵਾਉਂਦੇ ਹੈਗੇ ਹੋ? ਹਾਂਜੀ, ਮੈਂ ਤੇ ਦੱਸਿਆ ਨਾ, ਮੈਂ ਤੁਹਾਡੇ ਕੋਲ ਮੇਰੇ ਕੋਲ ਪਹਿਲੀ ਵੀ ਹੈ, ਤੀਜੀ ਵੀ, ਪੰਜਵੀਂ ਵੀ, ਮਤਲਬ ਇਸ ਵੇਲੇ ਮੇਰੇ ਕੋਲ ਤੀਜੀ, ਪੰਜਵੀਂ, 7ਵੀਂ ਤੇ 8ਵੀਂ ਜਮਾਤ ਦੇ ਬੱਚੇ ਹੈਗੇ ਹਨ। ਮੈਮ ਡਿਵਿਨੀਟੀ 'ਚ ਆਪ ਜੀ ਕੀ ਕਰਵਾਉਂਦੇ ਹੈਗੇ ਹੋ? ਡਿਵਿਨਿਟੀ ਦੇਖੋ ਸਾਡਾ ਧਾਰਮਿਕ ਵਿਸ਼ਾ ਹੈ, ਪੰਜਾਬੀ ਔਰ ਡਿਵਿਨਿਟੀ ਕੰਪਲਸਰੀ ਹੈ। ਡਿਵਿਨਿਟੀ ਵੀ ਸਾਰੇ ਬੱਚਿਆਂ ਵਾਸਤੇ ਕੰਪਲਸਰੀ, ਉਹਦੇ 'ਚ ਕੁਝ ਨਹੀਂ, ਗੁਰੂ ਸਾਹਿਬਾਨਾਂ ਦੇ ਜੀਵਨ ਬਾਰੇ ਦੱਸਿਆ ਜਾਂਦਾ ਹੈ, ਕਿਉਂਕਿ ਗੁਰੂ ਸਾਹਿਬਾਨ ਸਾਡੇ ਮੋਰਲ, ਸਾਡੇ ਜਿਹੜੇ ਗੁਰੂ ਹਨ ਉਹਨਾਂ ਦੀਆਂ ਜੋ ਸਾਖੀਆਂ ਨੇ ਸੁਣਾਈਆਂ ਜਾਂਦੀਆਂ, ਉਹਨਾਂ ਦੇ ਜਨਮ ਬਾਰੇ, ਉਹਨਾਂ ਨੇ ਜੋ ਸਾਨੂੰ ਸਿੱਖਿਆ ਦਿੱਤੀ ਹੈ, ਸਿੱਖਿਆ ਦਿੱਤੀ ਹੈ, ਉਹਦੇ ਬਾਰੇ ਸਿਖਾਇਆ ਜਾਂਦਾ ਹੈ। ਪਹਿਲੀ ਜਮਾਤ ਤੋਂ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ 10ਵੀਂ ਜਮਾਤ ਤੱਕ ਪਹੁੰਚਦੇ ਅਸੀਂ ਗੁਰੂ ਗੋਬਿੰਦ ਸਿੰਘ ਜੀ ਤੱਕ ਸਾਰੇ ਗੁਰੂਆਂ ਦੇ ਇਤਿਹਾਸ ਬਾਰੇ, ਜੋ ਮੇਨ ਉਹਨਾਂ ਦੇ ਕੰਮ ਨੇ, ਉਹ ਸਾਰਾ ਕੁਝ ਅਸੀਂ ਬੱਚਿਆਂ ਨੂੰ ਸਿਖਾਉਂਦੇ ਹਾਂ, ਔਰ ਬੱਚੇ ਬੜੇ ਖੁਸ਼ ਹੋ ਕੇ ਬੜੇ ਧਿਆਨ ਨਾਲ ਸੁਣਦੇ ਨੇ। ਤੇ ਨੈਚੁਰਲੀ ਹੈ ਕਿ ਬੱਚੇ ਜੋ ਹੈ ਆਪਣੇ ਧਰਮ ਨਾਲ ਵੀ ਜੁੜਦੇ ਹਨ, ਜਿੱਥੇ ਉਹ ਆਪਣੇ ਧਰਮ ਨਾਲ ਜੁੜਦੇ ਨੇ। ਬੱਚਿਆਂ ਨੂੰ ਸਾਰੇ, ਕਿਉਂਕਿ ਸਾਰੇ ਸਿੱਖ ਧਰਮ ਦੇ ਬੱਚੇ ਨਹੀਂ ਨੇ, ਪਰ ਦੇਖੋ ਸਾਡਾ ਜੋ ਅਸੀਂ ਜਿਸ ਕਲਚਰ ਵਿੱਚ ਰਹਿੰਦੇ ਹਾਂ, ਸਾਰੇ ਹੀ ਧਰਮ ਸਾਡੇ ਪਿਆਰੇ ਨੇ। ਮੇਨ ਸਾਰੇ ਧਰਮ ਸਾਨੂੰ ਜੋ ਸਿੱਖਿਆ ਦਿੰਦੇ ਹਨ, ਉਹੀ ਸਿੱਖਿਆ ਬੱਚਿਆਂ ਨੂੰ ਅਸੀਂ ਮੋਰਲ ਵੈਲਿਊਜ਼ ਦਿਖਾਉਂਦੇ ਹਾਂ, ਚੰਗੇ ਕੰਮ ਕਰੋ, ਕਿਰਤ ਕਰੋ, ਜੋ ਸਿੱਖਿਆ ਗੁਰੂ ਸਾਹਿਬ ਨੇ ਸਾਨੂੰ ਦਿੱਤੀ ਹੈ, ਅਸੀਂ ਉਹਨਾਂ ਬੱਚਿਆਂ ਨੂੰ ਉਹਨਾਂ ਦੇ ਬਾਰੇ ਦੱਸਦੇ ਹਾਂ। ਥੈਂਕ ਯੂ ਮੈਮ, ਆਪ ਜੀ ਨਾਲ ਮਿਲ ਕੇ ਬਹੁਤ ਵਧੀਆ ਲੱਗਿਆ ਔਰ ਆਪ ਜੀ ਬੱਚਿਆਂ ਨੂੰ ਬਹੁਤ ਅੱਛੇ ਤਰੀਕੇ ਨਾਲ ਸਿਖਾ ਰਹੇ ਹੋ। ਸਤਿ ਸ਼੍ਰੀ ਅਕਾਲ ਮੈਮ, ਆਪ ਜੀ ਦਾ ਨਾਮ? ਉਪਵਿੰਦਰ ਕੌਰ। ਮੈਮ ਆਪ ਜੀ ਦਾ ਬੈਕਗ੍ਰਾਉਂਡ ਕੀ ਹੈਗਾ? ਮੈਂ ਇਸ ਤਰ੍ਹਾਂ ਹੈ ਕਿ ਮੈਂ ਇੱਥੇ ਹੋ ਗਏ 2005 ਤੋਂ ਮੈਨੂੰ ਪੜ੍ਹਾਉਂਦੇ, ਮੈਂ BA B.Ed ਕੀਤੀ ਹੋਈ ਹੈ। ਉਸ ਤੋਂ ਬਾਅਦ ਇੱਥੇ ਹੀ ਮੇਰੀ ਫਸਟ ਜੁਆਇਨਿੰਗ ਇੱਥੇ ਹੀ ਹੋਈ ਸੀ ਤੇ ਮੈਥਸ ਹੀ ਪੜ੍ਹਾ ਰਹੀ ਹਾਂ ਮੈਂ। ਤੇ ਬਹੁਤ ਅੱਛੇ ਤਰੀਕੇ ਨਾਲ ਬੱਚਿਆਂ ਨੂੰ ਡੋਜਿੰਗ ਟੇਬਲਸ ਕਿਸ ਤਰੀਕੇ ਉਹਨਾਂ ਨੂੰ ਡੇਲੀ ਲਾਈਫ ਦੇ ਨਾਲ ਉਹਨਾਂ ਨੂੰ ਰਿਲੇਟ ਕਰਕੇ ਕਿਸ ਤਰੀਕੇ ਉਹਨਾਂ ਨੂੰ ਪੜ੍ਹਾਉਣਾ ਹੈ। ਔਰ ਥੋੜਾ ਮੈਥਸ ਵੈਸੇ ਵੀ ਡਿਫਿਕਲਟ ਸਬਜੈਕਟ, ਬੱਚੇ ਥੋੜਾ ਜਿਹਾ ਉਸ ਤੋਂ ਉਹਨਾਂ ਨੂੰ ਕਿਸ ਤਰੀਕੇ ਉਹਦੇ ਨਾਲ ਕਨੈਕਟ ਕਰਨਾ ਹੈ, ਕਨੈਕਟ ਕਰਕੇ ਇੱਕ ਮੋਰਲ ਵੈਲਿਊਜ਼ ਦੇ ਨਾਲ ਕਿਸ ਤਰ੍ਹਾਂ ਕਨੈਕਟ ਕਰਕੇ ਉਹਨਾਂ ਨੂੰ ਉਹਦੇ 'ਚ ਇੰਟਰਸਟ ਕ੍ਰੀਏਟ ਕਰਨਾ ਹੈ ਮੈਥਸ ਦੇ ਵਿੱਚ, ਕਿ ਆਈ ਲਵ ਮੈਥਸ। ਉਹਨਾਂ ਨੂੰ ਬੱਚਿਆਂ ਨੂੰ ਮੈਂ ਬਾਰ-ਬਾਰ ਜਬ ਆਪ ਬੁੱਕ ਦੇਖੋ ਆਪਣੀ ਲਵ ਮੈਥਸ, ਆਈ ਲਵ ਮੈਥਸ, ਜਿਹਦੇ ਨਾਲ ਬੱਚਿਆਂ ਨੂੰ ਬਹੁਤ ਇੰਟਰਸਟ ਆਏ ਕਿ ਗੇਮ ਲਾਈਕ ਏ ਗੇਮ, ਮੈਥਸ ਲਾਈਕ ਅ ਗੇਮ। ਤਾਂ ਉਹਦੇ ਨਾਲ ਕੀ ਹੈ, ਫਿਰ ਬੱਚੇ ਥੋੜ੍ਹਾ ਜਿਹਾ ਹੋਰ ਇੰਟਰਸਟ ਲੈਂਦੇ ਨੇ। ਉਹਨਾਂ ਨੂੰ ਥੋੜ੍ਹਾ ਜਿਹਾ ਡੇਲੀ ਹੋਮਵਰਕ ਇਸ ਤਰ੍ਹਾਂ ਦਾ ਦੇਈਦਾ ਜਿਹਦੇ ਨਾਲ ਉਹ ਬੱਚੇ ਦੀ ਪ੍ਰੈਕਟਿਸ ਅੱਛੀ ਹੋ ਜਾਂਦੀ ਹੈ ਤੇ ਉਹ ਅੱਛੀ ਤਰ੍ਹਾਂ ਕਰ ਲੈਂਦੇ ਨੇ। ਤੇ
ਮੈਮ ਕੀ ਮੈਥਸ ਦੇ ਵਿੱਚ ਆਪ ਜੀ ਉਪਯੋਗ ਕਰਦੇ ਹੋ ਅੱਛੇ ਤੋਂ ਅੱਛਾ ਮੈਥਡ ਬਣਾਉਂਦੇ ਹੋ ਕਿ ਜਿਹਦੇ 'ਚ ਬੱਚੇ ਨੂੰ ਪਤਾ ਸਮਝ ਲੱਗ ਸਕੇ? ਵਰਕਸ਼ੀਟਸ ਕਰਾ ਲਈ ਦੀਆਂ ਜਿਹਦੇ ਨਾਲ ਬੱਚਿਆਂ ਨੂੰ ਅੱਛੀ ਤਰ੍ਹਾਂ ਉਹ ਅੰਡਰਸਟੈਂਡ ਹੋ ਜਾਏ ਜਿਹੜਾ ਵੀ ਕਨਸੈਪਟ ਕਰ ਰਹੇ ਨੇ। ਜਦ ਤੱਕ ਉਹ ਕਨਸੈਪਟ ਕਲੀਅਰ ਨਹੀਂ ਹੁੰਦਾ ਅੱਗੇ ਨਹੀਂ ਚੱਲੀਦਾ। ਔਰ ਜਿਸ ਮੈਥਡ ਦੀ ਲੋੜ ਪੈਂਦੀ ਹੈ ਅਸੀਂ ਪੀਪੀਟੀ ਲੈ ਲਈਦੀ ਹੈ, ਪ੍ਰੈਜੈਂਟੇਸ਼ਨ ਕਰਾ ਲਈਦੀ ਹੈ, ਉਹਦੇ ਨਾਲ ਬੱਚਿਆਂ ਨੂੰ ਥੋੜ੍ਹਾ ਜਿਹਾ ਹੋਰ ਕੌਨਫੀਡੈਂਸ ਆ ਜਾਂਦਾ ਹੈ। ਕਿਹੜੀ ਕਲਾਸ ਨੂੰ ਕਰਵਾਉਂਦੇ ਹੋ ਆਪ ਜੀ ਮੈਮ? ਮਿਡਲ ਨੂੰ ਕਰਾ ਰਹੀ ਥੈਂਕ ਯੂ ਮੈਮ, ਬਹੁਤ ਵਧੀਆ ਲੱਗਿਆ ਆਪ ਜੀ ਨੂੰ ਮਿਲ ਕੇ। ਆਪ ਬਹੁਤ ਅੱਛੇ ਤਰੀਕੇ ਨਾਲ ਬੱਚਿਆਂ ਨੂੰ ਕਰਵਾ ਰਹੇ ਹੈਗੇ ਹੋ। ਸਤਿ ਸ਼੍ਰੀ ਅਕਾਲ ਮੈਮ। ਹੁਣ ਅਸੀਂ ਆਏ ਹੈਗੇ ਆ ਬੱਚਿਆਂ ਤੋਂ। ਆਓ ਬੱਚਿਆਂ ਤੋਂ ਜਾਣਦੇ ਹੈਗੇ ਆ ਕਿ ਟੀਚਰ ਉਹਨਾਂ ਨੂੰ ਕਿੱਦਾਂ ਸਪੋਰਟ ਕਰਦੇ ਨੇ ਔਰ ਸਟੱਡੀ ਵਿੱਚ ਬੱਚੇ ਕਿਹੜੀ ਕਲਾਸ 'ਚ ਪੜ੍ਹਦੇ ਹੈ। ਸਤਿ ਸ਼੍ਰੀ ਅਕਾਲ ਬੇਟਾ। ਸਤਿ ਸ਼੍ਰੀ ਅਕਾਲ ਜੀ। ਮੈਂ ਬੱਚੇ ਆਪ ਜੀ ਦਾ ਨਾਮ? ਮੇਰਾ ਨਾਮ ਵੀਰ ਸਿੰਘ ਗੌਰ। ਵੀਰ ਜੀ ਕਿਹੜੀ ਕਲਾਸ 'ਚ ਪੜ੍ਹਦੇ ਬੇਟਾ? ਮੈਂ 8th 'ਚ। ਕਿੰਨੇ टाइम तो ਇੱਥੇ ਸਕੂਲ 'ਚ? 10 साल 'ਚ। 10 साल के। तो आपको टीचर्स वगैरह कितना सपोर्ट करते हैं स्टडी में? मैम हमें टीचर्स द्वारा पूरा सपोर्ट मिलता है। जब भी हम पेपर में हमें कुछ भी कन्फ्यूज़न या फिर पढ़ाई में कुछ भी कन्फ्यूज़न होती है तो हम मैम से कभी भी पूछते हैं तो मैम हमें मना नहीं करते और हमें फुल सपोर्ट मिलता है। सत श्री अकाल बेटा। सत श्री अकाल मैम। की नाम है आप जी का? हर्षिता। कौन सी क्लास में हो आप? 8th। कितना टाइम हो गया आपको स्कूल में? 10 years हो गया। 10 ईयर्स। आपको टीचर्स कितना सपोर्ट करते हैं स्टडी में? मैम बहुत करते हैं। दे क्लियर अवर डाउट थॉरली अगेन एंड अगेन इन विच टाइम हाउ मेनी आस्क्स। और क्या क्या एक्टिविटी करवाई जाती है स्कूल में बेटा? मैम देयर इज़ अ लॉट ऑफ पीरियड लाइक वर्क एक्स, आर्ट्स, मैथ्स, गेम्स, कॉम्पिटिशन्स भी होते हैं, बहुत सारे होते हैं। एक्टिविटी में आपको अलग अलग एक्टिविटी दी जाती है और जिनकी बेस्ट होती है उनको बोर्ड पे लगाया जाता है। मतलब सबको एक एक चांस मिलता है, सबकी एक्टिविटी बोर्ड पे लगाई जाती है। आपको ये स्कूल अच्छा लगता है? जी। आप अपने फ्रेंड सर्कल को भी बोलते हो कि आप इस स्कूल में एडमिशन लो? मेरे सारे फ्रेंड्स इसी स्कूल में पढ़ते हैं। मतलब मेरे जितने भी नेबरहुड है मोस्टली इसी स्कूल में पढ़ते हैं। थैंक यू बेटा। सत श्री अकाल बेटा। सत श्री अकाल जी। की नाम है आप जी का? चिराग बढ़ाना। चिराग कौन सी क्लास में हो आप? मैम 8th। 8 में। कितना टाइम हो गया आपको स्कूल में? मैम 10 years। आपको टीचर सपोर्ट करते हैं स्टडी में? यस मैम, हमें टीचर्स फुल सपोर्ट करते हैं स्टडी में। अगर हमें कोई भी डाउट होता है किसी भी सब्जेक्ट में तो मैम वो हमारा डाउट हर बार क्लियर करते हैं मैम। थैंक यू। सत श्री अकाल बेटा। सत श्री अकाल मैम। की नाम है आप जी? अनोखी कुमारी। कौन सी क्लास में हो आप? 8th। कितना टाइम हो गया स्कूल में? मैम 8 years। आपको ये स्कूल अच्छा लगता है? मैम यस बहुत अच्छा लगता है। तो आपको टीचर सपोर्ट करते हैं स्कूल में? हम बहुत सपोर्ट करते हैं, वो डाउट्स अच्छे से क्लियर करते हैं, बहुत फ्रेंडली हैं हमसे। सत श्री अकाल बेटा। सत श्री अकाल मैम। की नाम है आप जी का? अश्विन कौर। अश्विन केड़ी क्लास चो? 8th। कितने टाइम तो स्कूल? मैम 9 years। टीचर कितना सपोर्ट करते हैं स्टडी च? मैम टीचर्स सानू सपोर्ट करते हैं ते सारे डाउट क्लियर करते ने ते अगर सानू किसी भी विच डाउट हो तो सारे डाउट करते ने और फ्रेंडली भी है साडे नाल एंड हमारे साथ बहुत अच्छे हैं वो। स्कूल में क्या क्या एक्टिविटी करवाई जाती है? मैम बहुत सारी एक्टिविटीज़ करवाई जाती है। हर थर्सडे को वर्क एक्स एक्टिविटी होती है जिसमें अलग अलग टॉपिक पर या तो आपको कोई चार्ट बनाकर लाने होते हैं या कुछ भी फूड आइटम्स बनाकर लाने होते हैं। थैंक यू बेटा। सत श्री अकाल बेटा। सत श्री अकाल मैम। की नाम है आप जी का? प्रबलीन कौर। केड़ी क्लास चो? 7th क्लास। कितना टाइम हो गया स्कूल च? 4 years। आप जी ਨੂੰ ਸਕੂਲ ਅੱਛਾ ਲੱਗਦਾ ਹੈ? ਮੇਰੀ ਦਾਦੀ ਦਾ ਸੁਪਨਾ ਸੀ ਇਸ ਸਕੂਲ 'ਚ ਮੈਨੂੰ ਪੜ੍ਹਾਉਣ ਦਾ। ਦਾਦੀ ਦਾ ਸੁਪਨਾ ਸੀ, ਆਪ ਜੀ ਦਾ ਸੁਪਨਾ ਨਹੀਂ ਹੈ? ਮੈਮ ਹੈ। ਟੀਚਰ ਕਿੰਨਾ ਸਪੋਰਟ ਕਰਦੇ ਹੈ? ਮੈਮ ਬਹੁਤ ਜ਼ਿਆਦਾ। ਮੈਮ ਬਹੁਤ ਸਾਰਾ। ਐਕਟੀਵਿਟੀ ਕਰਵਾਈ ਜਾਂਦੀ ਹੈ ਸਕੂਲ 'ਚ? ਯੈਸ ਮੈਮ ਕਦੇ ਕੁਕਿੰਗ ਵਿੱਚ ਔਰ ਆਰਟ ਕਲਾਸਿਸ, ਪੇਂਟਿੰਗ ਐਂਡ ਮਿਊਜ਼ਿਕ ਵੀ ਹੈ। ਮਿਊਜ਼ਿਕ 'ਚ ਕੀ ਸਿੱਖਦੇ ਹੋ? ਸ਼ਬਦ ਕੀਰਤਨ ਗੁਰਬਾਣੀ। ਥੈਂਕ ਯੂ ਬੇਟਾ। ਸਤਿ ਸ਼੍ਰੀ ਅਕਾਲ ਬੇਟਾ। ਸਤਿ ਸ਼੍ਰੀ ਅਕਾਲ ਮੈਮ। ਕੀ ਨਾਮ ਹੈ ਆਪ ਜੀ ਦਾ? ਮੈਮ ਕਨਿਸ਼ਕ ਨੇਗੀ। ਕਿਹੜੀ ਕਲਾਸ 'ਚੋਂ? ਮੈਮ 7th। ਕਿੰਨਾ ਸਪੋਰਟ ਕਰਦੇ ਟੀਚਰ? मैम बहुत सपोर्ट करते हैं टीचर्स। ਸਤਿ ਸ਼੍ਰੀ ਅਕਾਲ बेटा। सत श्रीकाल मैम। ਕੀ ਨਾਮ ਹੈ ਆਪ ਜੀ ਦਾ? मेरा नाम यशप्रीत कौर। इशप्रीत कौन सी क्लास में हो? मैं 7th विच हाँ। टीचर कितना सपोर्ट करते हैं स्टडी में? टीचर बहुत सपोर्ट करते स्टडी विच अते जहाँ हमें कोई भी डाउट हो कोई भी तो वो हमारा डाउट क्लियर करते हैं और हमारे फ्रेंडली भी है। सारे टीचर्स बहुत अच्छे हैं। थैंक यू बेटा। सत श्री अकाल बेटा। सत श्री अकाल मैम। की नाम है आप जी का? हरदीप सिंह। केड़ी क्लास चो? 7वीं 'ਚ।
ਕਿੰਨੇ ਟਾਈਮ ਤੋਂ ਸਕੂਲ 6 years ਟੀਚਰ ਕਿੰਨਾ ਸਪੋਰਟ ਕਰਦੇ ਆ ਸਟੱਡੀ ਵਿੱਚ मैम बहुत ज़्यादा ਬਹੁਤ ਜ਼ਿਆਦਾ ਬਹੁਤ ਜ਼ਿਆਦਾ ਔਰ ਆਪ ਜੀ ਇੱਥੇ ਸਕੂਲੇ ਪੜ੍ਹਦੇ ਹੈਗੇ ਹੋ ਤੇ ਆਪ ਜੀ ਆਪਣੇ ਫਰੈਂਡ ਸਰਕਲ ਨੂੰ ਵੀ ਕਹਿੰਦੇ ਆ ਸਕੂਲੇ ਐਡਮਿਸ਼ਨ ਲਓ मैम यस मैम कई फ्रेंड्स हैगे भी तो कईयों ਨੂੰ ਕਹਿੰਦੇ ਵੀ ਹਾਂ ਥੈਂਕ ਯੂ ਬੇਟਾ ਸਤਿ ਸ਼੍ਰੀ ਅਕਾਲ ਬੇਟਾ ਸਤਿ ਸ਼੍ਰੀ ਅਕਾਲ ਮੈਮ ਕੀ ਨਾਮ ਹੈ ਆਪ ਜੀ ਦਾ ਜਸਦੀਪ ਸਿੰਘ ਜਸਦੀਪ ਕਿਹੜੀ ਕਲਾਸ ਚੋਂ 6th 6 ਵਿੱਚ ਕਿੰਨੇ ਟਾਈਮ ਤੋਂ मैम 8 years हो गए टीचर कितना सपोर्ट करते हैं मैम बहुत सपोर्ट करते हैं जब भी कोई मैथ्स के सम होते हैं ना थोड़ी बहुत दिक्कत होती है मैम से पूछते हैं तो मैम हमें क्लियर कर देते हैं और अगर फादर या मदर से ही पूछते हैं वो भी क्लियर कर देते हैं आपने इसी स्कूल में क्यों एडमिशन लिया क्योंकि मैम मुझे यहाँ पढ़ाई भी अच्छी है टीचर्स भी काफ़ी अच्छा पढ़ाते हैं टीचर्स भी बहुत अच्छे हैं तभी हमने इसमें एडमिशन लिया मैम स्कूल में और आपको यहाँ पे क्या क्या एक्टिविटी करवाई जाती है मैम हमें एक्टिविटी कराई जाती है हमारा वर्क एक्स का जैसे पीरियड होता है जैसे कुछ भी बनवा लिया जैसे जैसे गेम्स वगैरह भी खिलाई जाती गेम्स भी होती है इसमें आज हमारा वैसे गेम्स का पीरियड था है आज ही था नहीं मैम हफ्ते में एक ही बार होता है ना तो आप अपने फ्रेंड सर्कल को भी कहते हो कि यहाँ पे एडमिशन लें यस मैम मेरे बाकी सारे जो हैं स्कूल में ही हैं और मेरा जो एक बेस्ट फ्रेंड है मेरे से बहुत टाइम से पढ़ता है उसने पर स्कूल छोड़ दिया मैं उसे बहुत बोलता हूँ कि स्कूल में दोबारा आ जा आपको उनकी कमी महसूस हो रही होगी है ना मैम बहुत हो रही है सत श्री अकाल बेटा ਸਤਿ ਸ਼੍ਰੀ ਅਕਾਲ ਮੈਮ की नाम है आप जी का ਯਸ਼ਮਿਤ केड़ी क्लास चो 6th किन्ने टाइम तो स्कूले 3 ਸਾਲ 3 साल ऐसे स्कूल क्यों एडमिशन लेता ਇੱਥੇ ਟੀਚਰ ਵੀ ਬਹੁਤ ਅੱਛੇ ਨੇ ਤੇ ਪੜ੍ਹਾਈ ਵੀ ਬਹੁਤ ਅੱਛੇ ਨੇ ਇਸ ਲਈ ਮੈਂ ਇਸ ਸਕੂਲ में एडमिशन लेता थैंक यू बेटा